ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਆਪਾਂ ਨੂੰ ਸ਼ਾਮ ਦੇ ਸਮੇਂ ਭਾਈ ਸਤਸੰਗ ਘੜੀਆਂ ਪ੍ਰਾਪਤ ਹਨ। ਆਓ ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਜੋ ਲੜੀਵਾਰ ਕਥਾ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਜੋ ਕਿ ਗੁਰੂ ਅੰਗਦ ਦੇ ਮਹਾਰਾਜ ਦੇ ਅੰਸ਼ ਵੰਸ਼ 12ਵੀਂ ਪੀੜ੍ਹੀ ਵਿੱਚੋਂ ਸਨ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ। ਪਹਿਲੇ ਮਹੱਲੇ ਦੀ ਕਥਾ ਜੋ ਹੈ ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਵਰਤਾਂਤ। ਕੱਲ੍ਹ ਆਪਾਂ ਜੋ ਮਹਾਰਾਜ ਨੇ ਖਰਾ ਸੌਦਾ ਸੱਚਾ ਸੌਦਾ ਕੀਤਾ ਉਹ ਪ੍ਰਸੰਗ ਗੁਰਮੁਖੋਂ ਸਰਵਣ ਕੀਤਾ। ਇਸ ਉਪਰੰਤ ਫਿਰ ਸਤਿਕਾਰਯੋਗ ਬੇਬੇ ਨਾਨਕੀ ਜੀ ਔਰ ਉਹਨਾਂ ਦੇ ਸਤਿਕਾਰਯੋਗ ਪਤੀ ਭਾਈਆ ਜੈ ਰਾਮ ਜੋ ਕਿ ਸੁਲਤਾਨਪੁਰ ਲੋਧੀ ਤੋਂ ਚੱਲ ਕਰਕੇ ਇਸ ਨਗਰ ਆਪਣੇ ਨਗਰ ਇੱਥੇ ਰਾਏਪੁਏ ਦੀ ਤਲਵੰਡੀ ਪਹੁੰਚੇ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਵੀ ਘਰ ਨੇ, ਸਤਿਗੁਰਾਂ ਦੇ ਮਾਤਾ ਪਿਤਾ ਘਰ ਹਨ। ਇੱਥੇ ਤੱਕ ਆਪਾਂ ਕੱਲ ਜੋ ਕਥਾ ਸਰਵਣ ਕੀਤੀ ਹੈ। ਕੱਛ ਦਿਨ ਮੈਂ ਭਾਈ ਜੈ ਰਾਮ ਆਤ ਭਇਓ ਸਸੁਰਾਰਹਿ ਧਾਮ। ਜੋ ਭਾਈ ਸਸੁਰਾਰ ਸਹੁਰੇ ਘਰ ਭਾਵ ਰਾਏਪੁਏ ਦੀ ਤਲਵੰਡੀ ਸੁਲਤਾਨਪੁਰ ਤੋਂ ਚੱਲ ਕਰਕੇ ਪਹੁੰਚਿਆ ਹੈ। ਅਗਲੀ ਕਥਾ ਪ੍ਰੇਮ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਸੁਲਤਾਨਪੁਰੋ ਜਿਸ ਘੇਰਾ। ਜਿਸ ਦਾ ਭਾਈਆ ਜੈ ਰਾਮ ਦਾ ਜੋ ਘਰ ਹੈ ਉਹ ਸੁਲਤਾਨਪੁਰ ਲੋਧੀ ਹੈ। ਦੌਲਤ ਖਾਨ ਨਵਾਬ ਵਡੇਰਾ। ਜੋ ਲੋਧੀ ਖਾਨਦਾਨ ਦੇ ਵਿੱਚੋਂ
ਉੱਥੇ ਦਾ ਮੌਜੂਦਾ ਉਸ ਸਮੇਂ ਦਾ ਜਿਹੜਾ ਨਵਾਬ ਹੈ ਵੱਡਾ ਚੰਗਾ, ਉਹ ਦੌਲਤ ਖਾਨ ਹੈ, ਦੌਲਤ ਖਾਨ ਲੋਧੀ। ਤੇ ਇਹ ਬਹੁਤ ਪੁਰਾਣਾ ਗੁਰਮੁਖੋ ਨਗਰ ਹੈ। ਤਹਿ ਕੋ ਇਹ ਦੀਵਾਨ ਰਹਾਈ। ਭਾਈਆ ਜੈ ਰਾਮ ਉਸਦਾ ਭਾਈ ਦੀਵਾਨ ਸੀ। ਸੋ ਸ੍ਰੀ ਕਾਲੂ ਕੇਰ ਜਮਾਈ। ਔਰ ਇਧਰ ਭਾਈ ਸ੍ਰੀ ਬਾਬਾ ਕਾਲੂ ਜੀ ਦੇ ਜਵਾਈ ਹਨ। ਭਾਵ ਬਾਬਾ ਕਾਲੂ ਜੀ ਦੀ ਪੁੱਤਰੀ ਸਤਿਗੁਰਾਂ ਦੀ ਭੈਣ, ਜੋ ਕਿ ਸਤਿਗੁਰਾਂ ਤੋਂ 5 ਸਾਲ ਵੱਡੇ ਸਨ, ਉਹ ਭਾਈ ਵਿਆਹੀ ਹੋਈ ਹੈ। ਤੋ ਇਹ ਰਿਸ਼ਤਾ ਹੈ ਸ੍ਰੀ ਨਾਨਕ ਕੀ ਭੈਣ ਨਾਨਕੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭੈਣ ਬੇਬੇ ਨਾਨਕੀ ਜੀ। ਸ਼ੁਭ ਸੁਭਾਵ ਬਹੁ ਮਤ ਸਿਆਣ ਕੀ। ਬਹੁਤ ਚੰਗਾ ਸੁਭਾਅ ਹੈ, ਸਿਆਣਿਆਂ ਪੂਰੀ ਸਿਆਣੀ ਮਤ ਹੈ। ਬੈਸ ਮਾਹੇ ਤਤ ਬਰਖ ਵਡੇਰੀ। ਉਮਰ ਦੇ ਵਿੱਚ ਬੈਸ ਮਾਹੇ ਤਤ ਬਰਖ ਵਡੇਰੀ। ਇਹ ਵਿਦਵਤਾ ਹੈ ਕਿ ਤਤ ਵਰਖ ਵੱਡੀ ਹੈ। ਤਤ ਨੇ ਗੁਰਮੁਖੋ 5, ਜਿਵੇਂ ਹਵਾ, ਪਾਣੀ, ਅੱਗ, ਮਿੱਟੀ, ਆਕਾਸ਼। ਤੋ ਇੱਥੇ ਇਹਦਾ ਅਰਥ ਬਣ ਜਾਣਾ 5 ਸਾਲ ਵੱਡੀ ਸਤਿਗੁਰਾਂ ਤੋਂ। ਅਤ ਪ੍ਰੀਤਮ ਸ੍ਰੀ ਨਾਨਕ ਕੇਰੀ। ਤੇ ਗੁਰੂ ਨਾਨਕ ਦੇ ਮਹਾਰਾਜ ਨੂੰ ਬਹੁਤ ਪ੍ਰੇਮ ਪਿਆਰ ਕਰਨ ਵਾਲੀ ਹੈ। ਸੋ ਜੈ ਰਾਮ ਕੇ ਸੰਗ ਵਿਆਹੀ। ਉਹ ਜੇ ਭਾਈਆ ਜੈ ਰਾਮ ਦੇ ਨਾਲ ਬੇਬੇ ਨਾਨਕੀ ਵਿਆਹੀ ਹੈ। ਲੈਣ ਆਇਓ ਜੈ ਰਾਮ ਤੇ ਸਾਹੀ। ਤੋ ਬੇਬੇ ਨਾਨਕੀ ਜੀ ਇੱਥੇ ਆਏ ਹੋਏ ਸਨ। ਉਹਨਾਂ ਨੂੰ ਭਾਈਆ ਜੈ ਰਾਮ ਲੈਣ ਆਏ ਹਨ। ਬੀਬੀ ਜੀ ਕਹਿ ਮਾਤਾ ਤਾਈ। ਬੇਬੇ ਨਾਨਕੀ ਜੀ ਮਾਤਾ ਤ੍ਰਿਪਤਾ ਨੂੰ ਕਹਿੰਦੇ ਹਨ, ਹੇ ਮਾਤਾ ਸੁਣੀਐ ਮਨ ਲਾਈ। ਹੇ ਮਾਤਾ ਜੀ ਮਨ ਲਾ ਕੇ ਸੁਣੋ। ਮੋਰ ਪ੍ਰੇਮ ਸ੍ਰੀ ਨਾਨਕ ਮਾਹੀ। ਮੇਰੇ ਭਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਬਹੁਤ ਪ੍ਰੇਮ ਹੈ। ਇਨ ਦੇਖੇ ਬਿਨ ਹੋ ਮਰ ਜਾਹੀ। ਇਹ ਜਾਣੋ ਵੀ ਮੈਂ ਤਾਂ ਆਪਣੇ ਭਰਾ ਨੂੰ ਵੇਖੇ ਬਿਨਾ ਮਰ ਹੀ ਜਾਂਦੀ ਹਾਂ। ਮੋਰੋ ਤੋ ਕਛ ਦਾਵਾ ਨਾਹੀ। ਹਾਂ, ਮੇਰਾ ਕੋਈ ਦਾਵਾ ਤੇ ਨਹੀਂ ਹੈ, ਪਰ ਇਤਨੀ ਮੈਂ ਬਿਨੋ ਕਰਾਹੀ। ਪਰ ਹੇ ਮਾਤਾ, ਮੈਂ ਇੰਨੀ ਕੁ ਬੇਨਤੀ ਕਰਦੀ ਹਾਂ, ਸ੍ਰੀ ਨਾਨਕ ਮੇਰੇ ਸੰਗ ਜਾਵੇ। ਜੋ ਮੇਰਾ ਭਰਾ ਸ੍ਰੀ ਗੁਰੂ ਨਾਨਕ ਦੇਵ ਮੇਰੇ ਨਾਲ ਜਾਣ। ਕਛ ਦਿਨ ਰਹਿ ਬਹੁਰ ਚੱਲ ਆਵੇ। ਕੁਝ ਦਿਨ ਉੱਥੇ ਰਹਿ ਪੈਣ, ਫਿਰ ਵਾਪਸ ਆ ਜਾਣ। ਸੁਣ ਕਰ ਮਾਤਾ ਨਾਨਕ ਪਿਤ ਕੋ। ਇਹ ਸੁਣ ਕੇ ਮਾਤਾ ਤ੍ਰਿਪਤਾ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਬਾਬਾ ਕਾਲੂ ਜੀ ਨੂੰ ਕਹਿਤ ਭਈ ਬੀਬੀ ਕੇ ਹਿਤ ਕੋ। ਉਹ ਦੱਸਣ ਲੱਗੀ ਵੀ ਆਪਣੀ ਪੁੱਤਰੀ ਦੇ ਉਹਨਾਂ ਨੇ ਕਿਹਾ ਸੋਚ ਹੈ ਕਿ ਉਹ ਆਪਣੇ ਪੁੱਤਰ ਨਾਨਕ ਨੂੰ ਨਾਲ ਲਿਜਾਣਾ ਚਾਹੁੰਦੀ ਹੈ। ਸੁਣ ਕਰ ਕਹਿਤ ਭਇਓ ਸੁਤ ਏਕਾ। ਬਾਬਾ ਕਾਲੂ ਜੀ ਸੁਣ ਕੇ ਕਹਿੰਦੇ, ਤ੍ਰਿਪਤਾ ਆਪਣੇ ਇੱਕੋ ਹੀ ਪੁੱਤਰ ਹੈ। ਇਨ ਬਿਨ ਕੌਣ ਹਮਾਰੀ ਟੇਕਾ। ਇਹਦੇ ਬਿਨਾ ਫਿਰ ਦੱਸ ਹੋਰ ਆਪਣਾ ਆਸਰਾ ਕੌਣ ਹੈ। ਇਸ ਦੇਖੇ ਬਿਨ ਚੈਨ ਨ ਆਵੇ। ਤੇ ਇਸ ਆਪਣੇ ਪੁੱਤਰ ਨੂੰ ਦੇਖੇ ਤੋਂ ਬਿਨਾ ਤਾਂ ਚੈਨ ਨਹੀਂ ਆਉਂਦੀ ਹੈ। ਬੀਬੀ ਜੀ ਕੈਸੇ ਲੈ ਜਾਵੇ। ਇਸ ਕਰਕੇ ਫਿਰ ਆਪਣੇ ਕੋਲੋਂ ਇਹਨਾਂ ਨੂੰ ਬੀਬੀ ਜੀ ਭਾਵ ਆਪਣੀ ਪੁੱਤਰੀ ਨਾਨਕੀ ਕਿਵੇਂ ਲੈ ਜਾਣਗੇ। ਪਰ ਕਹਿ ਮਾਤਾ ਜੀ ਬਾਤ ਤੋ ਐਸੇ। ਫਿਰ ਮਾਤਾ ਜੀ ਕਹਿਣ ਲੱਗੇ ਵੀ ਹਾਂ, ਗੱਲ ਤੇ ਹੀ ਠੀਕ ਹੈ। ਦੇਖੇ ਬਿਨ ਜੀਵੋ ਮੈਂ ਕੈਸੇ। ਵੀ ਪੁੱਤਰ ਨੂੰ ਵੇਖੇ ਬਿਨਾ ਮੈਂ ਵੀ ਕਿਵੇਂ ਬਚ ਸਕਦੀ ਹਾਂ, ਮੈਂ ਵੀ ਕਿਵੇਂ ਜਾਵਾਂਗੀ।
ਪਰ ਬੀਬੀ ਕੋ ਬਚਨ ਹਟਾਵਨ। ਪਰ ਹੁਣ ਇਹ ਹੈ ਵੀ ਉਹ ਵੀ ਆਪਣੀ ਪੁੱਤਰੀ ਹੈ, ਉਹਦਾ ਵੀ ਬੋਲ, ਉਹਦਾ ਵੀ ਕਿਹਾ ਜਿਹੜਾ ਮੋੜ ਨਾ। ਕੈਸ ਕਰੈ ਹੇ ਸ਼ੁਭ ਮਤ ਪਾਵਨ। ਮਾਤਾ ਤ੍ਰਿਪਤਾ ਜੀ ਕਹਿੰਦੀ ਹੈ ਬਾਬਾ ਕਾਲੂ ਜੀ ਨੂੰ ਵੀ ਕਿਸ ਤਰ੍ਹਾਂ ਇਹ ਚੰਗੀ ਮੱਤ ਵਾਲੇ, ਪਵਿੱਤਰ ਮੱਤ ਵਾਲੇ ਵੀ ਆਪਾਂ ਕਿਵੇਂ ਮੋੜ ਸਕਦੇ ਹਾਂ। ਅਸ ਕਹਿ ਸ੍ਰੀ ਨਾਨਕ ਕੀ ਤਿਆਰੀ। ਇਸ ਤਰ੍ਹਾਂ ਵਿਚਾਰ ਕਰਕੇ ਫਿਰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਜਾਣ ਦੀ ਤਿਆਰੀ। ਬੀਬੀ ਜੀ ਕੇ ਸੰਗ ਸਵਾਰੀ। ਬੇਬੇ ਨਾਨਕੀ ਜੀ ਦੇ ਨਾਲ ਜੋ ਹੈ ਅਸਵਾਰੀ ਜਾਣ ਦੀ ਤਿਆਰ ਹੋ ਗਈ। ਸੁਨ ਜੈ ਰਾਮ ਭਾਈ ਸੁਖ ਪਾਇਓ। ਭਾਈਆ ਜੈ ਰਾਮ ਨੇ ਵੀ ਸੁਣ ਕੇ ਬੜਾ ਸੁਖ ਪਾਇਆ ਹੈ। ਧੰਨ ਧੰਨ ਆਪਣੇ ਭਾਗ ਗਨਾਇਓ। ਉਹਨਾਂ ਦੀ ਸ਼ਰਧਾ ਬਹੁਤ ਸੀ, ਇਸ ਕਰਕੇ ਆਪਣੇ ਤੇ ਭਾਈ ਜਿਹੜੇ ਭਾਗ ਹੈ ਉਹ ਧੰਨ ਧੰਨ ਕਰਕੇ ਜਾਣੇ ਹਨ। ਰਾਏ ਬੁਲਾਰ ਸੁਣੀ ਇਹੋ ਬਾਤਾ। ਤੇ ਰਾਏ ਬੁਲਾਰ ਨੇ ਇਹ ਗੱਲ ਸੁਣੀ। ਸੁਲਤਾਨਪੁਰੇ ਸ੍ਰੀ ਨਾਨਕ ਜਾਤਾ। ਪਤਾ ਲੱਗਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਨੂੰ ਜਾ ਰਹੇ ਹਨ। ਮਿਲਨੇ ਗੁਰ ਨਾਨਕ ਕੋ ਆਇਓ। ਤਾਂ ਦੌਲਤ ਖਾਂ ਰਾਏ ਬੁਲਾਰ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਮਿਲਣ ਵਾਸਤੇ ਆਇਆ ਹੈ। ਸ੍ਰੀ ਜੈ ਰਾਮ ਕੋ ਭਾਖ ਸੁਨਾਇਓ। ਤੋ ਭਾਈਆ ਸ੍ਰੀ ਜੈ ਰਾਮ ਜੀ ਨੂੰ ਇਸ ਤਰ੍ਹਾਂ ਜਿਹੜਾ ਹੈ ਰਾਏ ਬੁਲਾਰ ਨੇ ਕਿਹਾ ਹੈ। ਦੌਲਤ ਖਾਨ ਨਵਾਬ ਜੋ ਥਾਰਾ। ਵੀ ਹੇ ਜੈ ਰਾਮ, ਰਾਏ ਬੁਲਾਰ ਕਹਿੰਦਾ ਜਿਹੜਾ ਦੌਲਤ ਖਾਨ ਤੁਹਾਡਾ ਨਵਾਬ ਹੈ, ਸੋ ਮਮ ਲਖੋ ਮਿੱਤਰ ਅਤ ਪਿਆਰਾ। ਉਹ ਜਾਣ ਲੈ ਵੀ ਮੇਰਾ ਬਹੁਤ ਪਿਆਰਾ ਮਿੱਤਰ ਹੈ। ਤਿਸ ਕੇ ਤੁਮ ਦੀਵਾਨ ਵਡੇਰੇ। ਤੇ ਉਸ ਦਾ ਤੂੰ ਮੁੱਖ ਵੱਡਾ ਦੀਵਾਨ ਹੈ। ਪੁਨ ਦਮਾਦ ਕਾਲੂ ਕੇ ਹੇਰੇ। ਫਿਰ ਤੂੰ ਮੇਰੇ ਦੀਵਾਨ ਪਟਵਾਰੀ ਬਾਬੇ ਕਾਲੂ ਦਾ ਜਵਾਈ ਹੈ। ਓਹੋ ਮਿੱਤਰ ਹਮਾਰੇ ਪਿਆਰੇ। ਫਿਰ ਹੁਣ ਜਿਹੜਾ ਮੇਰਾ ਪਿਆਰਾ ਮਿੱਤਰ ਹੈ, ਪਿਆਰ ਭਏ ਨਾਨਕ ਸੰਗ ਥਾਰੇ। ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੈ, ਹੇ ਜੈ ਰਾਮ, ਉਹ ਤੇਰੇ ਨਾਲ ਜਾਣ ਨੂੰ ਤਿਆਰ ਹਨ। ਮੈਂ ਤੋ ਸਦ ਇਨਕੇ ਅਨੁਸਾਰੀ। ਤੇ ਮੈਂ ਤਾਂ ਹਮੇਸ਼ਾ ਇਹਨਾਂ ਦੇ ਹੁਕਮ ਵਿੱਚ ਅਨੁਸਾਰੀ ਹਾਂ। ਤੁਮ ਭੀ ਸਦ ਰਹੀਓ ਹਿਤਕਾਰੀ। ਹੇ ਜੈ ਰਾਮ, ਤੂੰ ਵੀ ਹਮੇਸ਼ਾ ਇਹਨਾਂ ਦੇ ਪ੍ਰੇਮ ਵਿੱਚ ਹੀ ਰਹੀਂ। ਇਨ ਕੋ ਸੰਬੰਧੀ ਨਹਿ ਜਾਨੋ। ਇਹਨਾਂ ਨੂੰ ਤੂੰ ਸੰਬੰਧੀ ਨਾ ਜਾਣੀ ਵੀ ਮੇਰੇ ਰਿਸ਼ਤੇਦਾਰ ਹੈ, ਇਹ ਨਾ ਜਾਣੀ। ਖੁਦ ਖੁਦਾਏ ਕਾ ਰੂਪ ਪਛਾਨੋ। ਇਹਨਾਂ ਤੂੰ ਦਾ ਖੁਦ ਖੁਦਾ ਦਾ, ਪਰਮੇਸ਼ਰ ਦਾ ਹੀ ਰੂਪ ਜਾਣੀ। ਹਮਰੇ ਤੁਮਰੇ ਭਾਗ ਵਡੇਰੇ। ਦੇਖ ਸਾਡੇ ਵੀ ਤੁਹਾਡੇ ਵੀ ਹੈ ਜੈ ਰਾਮ ਬਹੁਤ ਵੱਡੇ ਭਾਗ ਹਨ। ਨਿਸ ਦਿਨ ਦਰਸ ਕਰੈ ਇਨ ਕੇਰੇ। ਕਿ ਰਾਤ ਦਿਨ ਜੋ ਇਹਨਾਂ ਦੇ ਆਪਾਂ ਦਰਸ਼ਨ ਕਰਦੇ ਹਾਂ। ਭੁਜੰਗ ਛੰਦ, ਕੋਈ ਭੁਜੰਗ ਪ੍ਰਯਾਤ ਛੰਦ ਜਿਵੇਂ ਜਾਪ ਸਾਹਿਬ ਵਿੱਚ ਪੜ੍ਹਦੇ ਆ। ਭੁਜੰਗ ਛੰਦ, ਭੁਜੰਗ ਸੱਪ ਨੂੰ ਕਹਿੰਦੇ ਆ। ਸੱਪ ਦੀ ਚਾਲ ਵਾਂਗੂ ਇਉਂ ਪੜ੍ਹਿਆ ਜਾਣ ਵਾਲਾ ਛੰਦ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਹੁਤ ਪਿਆਰਾ ਛੰਦ ਹੈ। ਵੱਡੋ ਪ੍ਰੇਮ ਰਾਇਓ ਚਰਨ ਲੀਨ ਚੂਮੰ। ਰਾਏ ਬੁਲਾਰ ਬਹੁਤ ਜ਼ਿਆਦਾ ਪ੍ਰੇਮ ਵਿੱਚ ਭਿੱਜਿਆ ਹੈ ਤੇ ਸਤਿਗੁਰਾਂ ਦੇ ਚਰਨ ਚੁੰਮੇ ਹਨ। ਮੁਚਿਓ ਨੈਣ ਨੀਰੰਗਿਰੀ ਬੂੰਦ ਭੂਮੰ। ਇਉਂ ਅੱਖਾਂ ਭਰ ਆਈਆਂ ਨੇ ਰਾਏ ਬੁਲਾਰ ਦੀਆਂ, ਪਾਣੀ ਨਾਲ ਬੰਦ ਹੀ ਹੋ ਗਈਆਂ। ਪਾਣੀ ਜਲ ਦੇ ਤੁਬਕੇ ਅੱਖਾਂ ਵਿੱਚੋਂ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ।
ਗਏ ਨਿਕਟ ਮਾਤਾ ਆਸ਼ਾਰ ਡਾਰੀ। ਕਿਉਂ ਭਾਈ ਇਧਰ ਗੁਰੂ ਪਾਤਸ਼ਾਹ ਮਹਾਰਾਜ ਵੀ ਮਾਤਾ ਦੇ ਕੋਲ ਗਏ ਹੈ ਤੇ ਉਹ ਵੀ ਬਹੁਤ ਅੱਖਾਂ ਵਿੱਚੋਂ ਅਥਰੂ ਡਿੱਗ ਰਹੀ ਹੈ। ਭਰੇ ਅੰਕ ਮੈਂ ਬਹੁਤ ਪ੍ਰੇਮੰ ਸੰਭਾਰੀ। ਤੇ ਬਹੁਤ ਪ੍ਰੇਮ ਨੂੰ ਸੰਭਾਲਦੀ ਹੋਈ ਮਾਤਾ ਨੇ ਵੀ ਸਤਿਗੁਰਾਂ ਨੂੰ ਆਪਣੀ ਬੁੱਕਲ ਵਿੱਚ ਭਰਿਆ ਹੈ। ਕਰੀ ਬੰਦਨਾ ਮਾਤ ਕੋ ਰੋਤ ਛੋਰੀ। ਸਤਿਗੁਰਾਂ ਨੇ ਜਿਹੜੀ ਮਰਿਆਦਾ ਹੈ ਸੰਸਾਰੀ ਮਾਤਾ ਪਿਤਾ ਦੇ ਸਤਿਕਾਰ ਹਿਤ ਮਾਤਾ ਨੂੰ ਬੰਦਨਾ ਕਰੀ ਹੈ, ਇਉਂ ਰੋਂਦੀ ਨੂੰ ਛੱਡਿਆ ਹੈ। ਪਿਤਾ ਕੋ ਨਮੋ ਕੀਨ ਦੋ ਹਾਥ ਜੋਰੀ। ਫਿਰ ਦੋਵੇਂ ਹੱਥ ਜੋੜ ਕੇ ਪਿਤਾ ਬਾਬਾ ਕਾਲੂ ਜੀ ਨੂੰ ਵੀ ਨਮਨ ਕੀਤਾ, ਨਮਸਕਾਰ ਕੀਤੀ। ਸਖਾ ਕੋ ਮਿਲੇ ਜੋ ਹੋਤੇ ਬਾਲ ਪਿਆਰੇ। ਫਿਰ ਗੁਰਮੁਖੋ ਜਿਹੜੇ ਮਿੱਤਰ ਨੇ ਬਾਲ ਉਮਰ ਤੋਂ, ਬਾਲ ਚੰਗੇ ਮਿੱਤਰ ਸਖਾ, ਉਹਨਾਂ ਨੂੰ ਮਿਲੇ ਹਨ। ਸੋ ਬਾਲਾ ਲੀਨੇ ਸੰਗ ਤੋ ਪੰਥ ਚਾਲੇ। ਇਸ ਉਪਰੰਤ ਭਾਈ ਬਾਲਾ ਜੀ ਨੂੰ ਨਾਲ ਲਿਆ ਹੈ ਔਰ ਰਸਤੇ ਚੱਲ ਪਏ। ਭਈਆ ਜੈ ਰਾਮੰ ਬੀਬੀ ਸੰਗ ਚਾਲੀ। ਭਾਈਆ ਜੈ ਰਾਮ ਤੇ ਨਾਲ ਬੀਬੀ ਸੰਗ ਭਾ ਬੇਬੇ ਨਾਨਕੀ ਚੱਲੇ ਹਨ। ਉਹ ਲੰਘੇ ਸੋ ਪੰਥੰ ਪ੍ਰਮੋਦੰ ਵਿਸਾਲੀ। ਸਾਰਾ ਰਸਤਾ ਬੜੇ ਪ੍ਰੇਮ ਆਨੰਦ ਨਾਲ ਲੰਘਿਆ ਹੈ। ਪੁਰੀ ਸੁਲਤਾਨ ਨਿਜੰ ਧਾਮ ਜਾਈ। ਸੁਲਤਾਨਪੁਰ ਆਪਣੇ ਘਰ ਪਹੁੰਚੇ ਹਨ। ਜਾ ਰਾਮੰ ਕਾਹੰ ਗ੍ਰਹਿ ਪਨੀਤੰ ਸੁਥਾਈ। ਜਿੱਥੇ ਜੈ ਰਾਮ ਦਾ ਭਾਈ ਸੋਹਣਾ ਸੁੰਦਰ ਪਵਿੱਤਰ ਥਾਂ ਸਤਿਗੁਰਾਂ ਦੇ ਚਰਨ ਪੈ ਗਏ, ਉਹ ਜਿੱਥੇ ਘਰ ਹੈ। ਸਵਈਆ ਯਾ ਬਿਦ ਸੋ ਸੁਭ ਬੈਨ ਕਹੇ। ਇਸ ਤਰ੍ਹਾਂ ਹੁਣ ਘਰ ਵਿੱਚ ਜਾ ਕੇ ਬਚਨ ਕਹੇ ਹਨ। ਔਰ ਸਾਦਰ ਸੇਵ ਭਲੇ ਕਰਹੀ। ਔਰ ਹਿਰਦੇ ਤੋਂ ਸਤਿਕਾਰ ਨਾਲ ਸਤਿਗੁਰਾਂ ਦਾ ਬਹੁਤ ਸਤਿਕਾਰ ਸੇਵਾ ਕਰਦੇ ਨੇ। ਕਾਲ ਬਿਤਾਵੇ ਦਿਆਲ ਮਹਾ। ਇਉਂ ਭਾਈ ਮਹਾਂਦਿਆਲੂ ਸਤਿਗੁਰੂ ਜੀ ਉੱਥੇ ਸਮਾਂ ਬਤੀਤ ਕਰ ਰਹੇ ਹਨ। ਸੁਲਤਾਨਪੁਰੇ ਸੁਖ ਸੋ ਫਿਰਹੀ। ਸੁਖ ਦੇ ਨਾਲ ਸੁਲਤਾਨਪੁਰ ਲੋਧੀ ਫਿਰਦੇ ਨੇ। ਤਾਰਨ ਜਾ ਅਵਤਾਰ ਧਰਿਓ। ਜਿਸ ਨੇ ਇਹ ਪਰਮੇਸ਼ਰ ਨੇ ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਰੂਪ ਸਭ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਹੈ। ਕਲ ਕੇ ਨਰ ਮੰਦ ਮਹਾ ਜਰਹੀ। ਜਿਹੜੇ ਕਲਯੁਗ ਦੇ ਭਾਈ ਬਹੁਤ ਮੰਦ ਤੋਂ ਮਾੜੇ ਵੀ ਲੋਕਾਂ ਇਹ ਮਹਾ ਜੜ ਨੇ, ਮਹਾ ਮੂਰਖਾਂ ਨੂੰ ਵੀ ਸਤਿਗੁਰੂ ਤਾਰਨ ਵਾਸਤੇ ਆਏ ਹਨ। ਬਾਸਰ ਏਕ ਸੁਸਾ ਪਤ ਸੋ। ਇੱਕ ਦਿਨ ਭੈਣ ਬੇਬੇ ਨਾਨਕੀ ਹੈ, ਸੁਸਾ ਕੋਈ ਭੈਣ, ਪਤ ਨਾਮ ਪਤੀ, ਉਹਨਾਂ ਦੇ ਪਤੀ ਹੈ। ਸੋ ਭਗਨੀ ਮਿਲ ਬੈਸਤ ਭੇ ਘਰ ਹੀ। ਉਹ ਭਗਨੀ ਮਿਲ ਬੈਸਤ ਭੇ ਘਰ ਹੀ ਭਾਵ ਉਹ ਬੈਠੇ ਹਨ ਭੈਣ ਦੇ ਨਾਲ। ਸੁਸਾ ਪਤ ਕੇ ਜੈ ਰਾਮ ਵੀ ਹੈ ਤੇ ਭੈਣ ਨਾਲ ਮਹਾਰਾਜ ਇੱਕ ਦਿਨ ਘਰ ਵਿੱਚ ਬੈਠੇ ਨੇ। ਪੰਕਜ ਨੈਣ ਪ੍ਰਭੂ ਗੁਣ ਐਨ। ਪੰਕਜ ਨੈਣ ਕਮਲ ਨੇਤਰਾਂ ਵਾਲੇ ਪਰਮੇਸ਼ਰ ਸਰੂਪ, ਗੁਣਾਂ ਦਾ ਘਰ। ਭਨੇ ਮੁਖ ਬੈਨ ਸੁਨੋ ਮਮ ਬਾਣੀ। ਮੁਖੋਂ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਹੇ ਵੀ, ਇਹ ਭਾਈਆ ਜੈ ਰਾਮ, ਇਹ ਭੈਣ ਬੇਬੇ ਨਾਨਕੀ, ਮੇਰੀ ਗੱਲ ਸੁਣੋ। ਕਾਰ ਬਹੀਨ ਭਲੇ ਨਹਿ ਚੀਨ। ਵੀ ਮੈਂ ਹੁਣ ਤੁਹਾਡੇ ਕੋਲੇ ਇੱਥੇ ਰਹਿਣਾ। ਇੱਥੇ ਫਿਰ ਹੁਣ ਬਿਨਾਂ ਕੰਮ ਤੋਂ ਤਾਂ ਇਹ ਭਲਾ ਨਹੀਂ ਜਾਣਿਆ ਜਾਂਦਾ, ਚੰਗਾ ਨਹੀਂ ਲੱਗਦਾ ਹੈ। ਕਰੈ ਪਰਬੀਨ ਸਭ ਹੈ ਜਗ ਜਾਨੀ। ਇਉਂ ਭਾਈ ਕੋਈ ਵੀ ਜਿਹੜੇ ਸਿਆਣੇ ਨੇ ਸਾਰਾ ਜਗਤ ਜਾਣਦਾ ਵੀ ਉਹ ਚੰਗਾ ਨਹੀਂ ਸਮਝਦੇ। ਦੇਹੁ ਹੈ ਜਗ ਰੀਤ ਕਰੈ ਸਭ ਪ੍ਰੀਤ ਸੋ।
ਕਿਉਂਕਿ ਜਗਤ ਦੀ ਰੀਤੀ ਹੈ, ਸਾਰੇ ਪ੍ਰੇਮ ਨਾਲ ਕਰਦੇ ਨੇ। ਕਿਉਂ ਵਿਪਰੀਤ ਕਰੋ ਮਨ ਮਾਨੀ। ਇਸ ਕਰਕੇ ਫਿਰ ਮੈਂ ਆਪਣੇ ਮਨ 'ਚ ਮੰਨ ਕੇ ਕਿਉਂ ਗੱਲ ਉਲਟ ਕਰਾਂ। ਦੇਹ ਬਤਾਏ ਜੋ ਮਨ ਭਾਏ। ਜੋ ਵੀ ਤੁਹਾਡੇ ਮਨ ਨੂੰ ਭਾਉਂਦਾ ਹੈ, ਮੈਨੂੰ ਉਹ ਕੋਈ ਕੰਮਕਾਰ ਦੱਸੋ। ਬਿਤਾਏ ਸਮਾਂ ਪਰਚਾਨ ਜੋ ਪ੍ਰਾਨੀ। ਜਿਹਦੇ ਵਿੱਚ ਨਾਲੇ ਤਾਂ ਸਮਾਂ ਬਤੀਤ ਹੋ ਜੇ, ਪਰਚਾਨ ਜੋ ਪ੍ਰਾਨੀ, ਸੰਸਾਰ ਵੀ ਖੁਸ਼ ਹੋਵੇ। ਸੁਣ ਕੈ ਭਗਨੀ ਪੁਨ ਬੈਨ ਭਨੇ। ਇਹ ਸੁਣ ਕੇ ਫਿਰ ਭੈਣ ਬੇਬੇ ਨਾਨਕੀ ਨੇ ਬਚਨ ਕਹੇ, ਮਨ ਗਿਆਨ ਸੁਨੋ ਗੁਣ ਤੋ ਪਰਚਾ। ਕਹਿਣ ਲੱਗੀ ਮਨ ਗਿਆਨ ਸੁਨੋ ਗੁਣ ਤੋ। ਮਨ, ਇਹ ਮਨ ਵਿੱਚ ਗਿਆਨ ਧਾਰਨ ਵਾਲੇ ਗੁਣਾਂ ਦੇ ਪਰਚਾ ਕਹੀਏ, ਪਰਚਾਉਣ ਵਾਲੇ ਗੁਰੂ ਪਾਤਸ਼ਾਹ ਮਹਾਰਾਜ ਦੇ ਲਈ ਇਹ ਜਿਹੜੇ ਆ ਸ਼ਬਦ ਵਰਤੇ ਹਨ। ਜਗ ਕੰਤ ਮਤੋ ਚਿਤ ਸੰਤ। ਜਗ ਕੰਤ ਮਤੋ ਚਿਤ ਸੰਤ ਬੇਅੰਤ। ਹੇ ਜਗਤ ਦੇ ਕੰਤ, ਜਗਤ ਮਾਲਕ ਗੁਰੂ ਮਹਾਰਾਜ, ਮਤੋ ਚਿਤ ਸੰਤ। ਤੁਹਾਡਾ ਜਿਹੜਾ ਮਤ ਹੈ, ਚਿੱਤ ਹੈ ਸੰਤ ਪੁਰਸ਼ਾਂ ਦੇ ਨਾਲ। ਬੇਅੰਤ, ਜੋ ਬੇਅੰਤ ਅਕਾਲ ਪੁਰਖ ਹੈ। ਕਰੋ ਮਿਲ ਸੰਤਨ ਸੋ ਚਰਚਾ। ਤੁਸੀਂ ਇਉਂ ਕਰੋ ਵੀ ਇਹੋ ਜਿਹੇ ਗੁਰਮੁਖਾਂ ਸੰਤਾਂ ਨਾਲ ਬੈਠ ਕੇ ਪਰਮੇਸ਼ਰ ਵਾਹਿਗੁਰੂ ਦੀ ਚਰਚਾ ਸਤਸੰਗ ਕਰ ਲਿਆ ਕਰੋ। ਨਰ ਨਾਰ ਚਰਾਚਰ ਦੇਨ ਦਾਤਾਰ। ਜੋ ਸਾਰੇ ਮਾਈ ਭਾਈ ਚਰਾਚਰ, ਚਰ ਚਰ ਜੜ ਚੇਤਨ ਸਭ ਨੂੰ ਦੇਣ ਵਾਲਾ ਦਾਤਾ ਪਰਮੇਸ਼ਰ। ਸੁਰਾਸੁਰ ਬ੍ਰਿੰਦ ਕਰੇ ਅਰਚਾ। ਜਿਹਨੂੰ ਸੁਰ ਜਾਂ ਅਸੁਰ, ਸੁਰ ਕੀ, ਦੇਵਤੇ ਕੀ, ਦੈਂਤ ਕੀ, ਸਾਰੇ ਬੇਅੰਤ ਹੀ ਕਰੇ ਅਰਚਾ। ਅਰਚਾ ਨਾਮ ਹੈ ਜੋ ਬੰਦਨਾ ਦਾ, ਨਮਸਕਾਰ ਦਾ। ਬਰਿੰਦ ਕਹੀਏ ਸਾਰੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਮਸਕਾਰ ਕਰਦੇ ਹਨ। ਧਨ ਧਾਮ ਪਦਾਰਥ ਜੇ ਘਰ ਮੈਂ। ਇਹ ਭਰਾ ਜਿੰਨਾ ਵੀ ਆ ਧਨ ਧਾਮ ਪਦਾਰਥ, ਘਰ ਦੇ ਵਿੱਚ ਧਨ ਹੈ, ਪਦਾਰਥ ਹੈ ਜੋ ਸਾਰਾ। ਕਰਨਾ ਤਵ ਲੇਹੋ ਕਰੋ ਖਰਚਾ। ਜਿੰਨਾ ਵੀ ਤੁਸੀਂ ਖਰਚਾ ਕਰਨਾ ਹੈ, ਉਹ ਤੁਸੀਂ ਘਰ ਤੋਂ ਲੈ ਕੇ ਕਰ ਲਵੋ। ਵਾਕ ਜਰਾਮ ਭਨੇ ਅਬਰਾਮ। ਫਿਰ ਭਾਈਆ ਜੈ ਰਾਮ ਨੇ ਵੀ ਪ੍ਰੇਮ ਨਾਲ ਇਸ ਤਰ੍ਹਾਂ ਕਿਹਾ ਹੈ, ਜੋ ਕਾਮ ਨਾ ਹੋਏ ਸੋ ਧਾਮ ਤੇ ਲੀਜੈ। ਵੀ ਹੇ ਨਾਨਕ ਜੀ, ਸਤਿਗੁਰੂ ਜੀ, ਜੋ ਵੀ ਤੁਹਾਡੀ ਇੱਛਾ ਹੋਵੇ ਉਹ ਤੁਸੀਂ ਘਰ ਤੋਂ ਲੈ ਲਵੋ। ਜੇ ਜਗ ਕਾਜ ਸੋ ਪਾਜ ਸਮਾਜ। ਆ ਜਿਹੜੇ ਜਗਤ ਦੇ ਕਾਰਜ ਹਨ, ਜੇ ਜਗ ਕਾਜ ਸੋ ਪਾਜ ਸਮਾਜ। ਆ ਜਿਹੜੇ ਜਗਤ ਦੇ ਕਾਰਜ ਆਏ ਤਾਂ ਐਵੇਂ ਸਮਾਜ ਦਾ ਜੋ ਪਖੰਡ ਜਿਹਾ ਹੈ। ਤੁਮੈ ਨਹਿ ਛਾਜਤ ਕਿਉਂ ਉਰ ਧੀਜੈ। ਤੁਸੀਂ ਪਰਮੇਸ਼ਰ ਰੂਪ ਸਾਧੂ ਸੰਤਾਂ ਨਾਮ ਜਪਣ ਵਾਲੇ ਹੋ। ਤੁਹਾਡੇ ਲਈ ਤੁਮੈ ਨਹਿ, ਤੁਹਾਨੂੰ ਨਹੀਂ ਸਜਦੇ ਹਨ, ਕਿਉਂ ਐਵੇਂ ਨਾ ਚੁਲਝਦੇ ਹੋ। ਬੱਲਭ ਜੀ ਸੁਨੀਏ ਮਮ ਬਾਤ। ਬੱਲਭ ਦਾ ਅਰਥ ਹੈ ਪਿਆਰਾ। ਐ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ, ਮੇਰੀ ਇਹ ਗੱਲ ਸੁਣੋ। ਸੁਕਾਰ ਵਿਹਾਰ ਮੈਂ ਸੁਕਾਰ ਵਿਹਾਰ ਮਹਿ ਮੋਹ ਸੇ ਲਖੀਜੈ। ਇਹ ਜਿਹੜੇ ਸੰਸਾਰ ਦੇ ਕੰਮਕਾਰ ਹਨ ਨਾ, ਇਹਨਾਂ ਵਿੱਚ ਤਾਂ ਮੋਹ ਸੇ ਲਖੀਜੈ ਮੇਰੇ ਵਰਗਿਆਂ ਵਾਸਤੇ ਹੈ। ਵੀ ਅਸੀਂ ਆਏ ਹਾਂ ਇੱਥੇ ਦੁਨੀਆ ਦਾ ਧੰਦ ਪਿੱਟਣ ਵਾਸਤੇ, ਰੱਬ ਦਾ ਨਾਮ। ਕਿਉਂ ਕਿਸੇ ਨੂੰ ਵੀ ਕਹੋ, ਕਹਿੰਦਾ ਨਾ ਜੀ ਟਾਈਮ ਨਹੀਂ ਹੈ। ਇਹ ਤਾਂ ਕਹਿੰਦੇ ਜੇ ਸਮਾਂ ਹੋਵੇ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਓ। ਤੁਸੀਂ ਬੈਠ ਰਹੋ ਜਸ ਨਾਮ ਕਹੋ। ਤੁਸੀਂ ਬੈਠ ਕੇ ਪਰਮੇਸ਼ਰ ਦਾ ਜਸ ਕਰੋ, ਉਹਦਾ ਨਾਮ ਬੜਿਆ, ਨਾਮ ਚਾਰਨ ਕਰੋ। ਹਰ ਪ੍ਰੇਮ ਲਹੋ ਸੁਖ ਜਾਓ ਮੁਝ ਦੀਜੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਧਾਰੋ ਤੇ ਨਾਲੇ ਮੈਨੂੰ ਵੀ ਘਰ ਦੇ ਵਿੱਚ ਸੁੱਖ ਮਿਲੇਗਾ। ਤੁਸੀਂ ਨਾਮ ਜਪੋਗੇ
ਤੇ ਘਰ ਵੀ ਜਿਹੜਾ ਹੈ ਇਥੋਂ ਆਦੀਆਂ ਪਾਦੀਆਂ ਦਾ ਨਾਸ਼ ਹੋਊਗਾ। ਪਰਮੇਸ਼ਰ ਦਾ ਨਾਮ ਜਪੋ, ਇਸ ਤਰ੍ਹਾਂ ਮੈਨੂੰ ਵੀ ਸੁਖ ਦੇਵੋ। ਪੁਨ ਪੰਕਜ ਨੈਣ ਭਨੇ ਮੁਖ ਬੈਨ। ਫਿਰ ਭਾਈ ਕਮਲ ਨੇਤਰਾਂ ਵਾਲੇ ਸਤਿਗੁਰਾਂ ਨੇ ਮੁਖੋਂ ਇਉਂ ਬਚਨ ਕਹੇ, ਸੋ ਉੱਤਮ ਪੁਰਖ ਬਖਾਨਤ ਜੈਸੇ। ਐਸੇ ਬਚਨ ਜੈਸੇ ਕੋਈ ਭਾਈ ਉੱਤਮ ਪੁਰਖ ਜਿਹੜਾ ਹੈ ਮਹਾਨ ਪੁਰਖ ਜਿਸ ਤਰ੍ਹਾਂ ਕਹਿੰਦਾ ਹੈ, ਕਰ ਸੋ ਕਰ ਕਾਰ ਆਹਾਰ ਕਰੇ। ਕਹਿਣ ਲੱਗੇ ਭਾਈਆ ਜੈ ਰਾਮ ਜੀ, ਹੱਥਾਂ ਦੇ ਨਾਲ ਜਿਹੜੇ ਕੋਈ ਭਾਈ ਕਿਰਤ ਕਰਕੇ ਆਹਾਰ ਕਰੇ, ਅੰਨ ਪਾਣੀ ਛਕਦੇ ਹਨ, ਕਿਰਤਾਰਥ ਦੇਹ ਕਰੈ ਨਰ ਐਸੇ। ਇਸ ਤਰ੍ਹਾਂ ਪ੍ਰਾਣੀ ਜਿਹੜਾ ਹੈ ਨਾ ਉਹ ਆਪਣੀ ਦੇਹੀ ਨੂੰ ਸਫਲ ਕਰ ਲੈਂਦਾ ਹੈ। ਧਨ ਆਪ ਕਮਾਏ ਕੈ ਖਾਵੇ ਭੋਜਨ। ਆਪ ਧਨ ਕਮਾ ਕਰਕੇ ਫਿਰ ਉਹ ਅੰਨ ਪਾਣੀ ਭੋਜਨ ਖਾਵੇ। ਛਾਦਨ ਸਾਧਨ ਦੈਸੇ। ਇੱਥੇ ਵੈਸੇ ਭੋਜਨ ਜਿਹੜਾ ਹੈ ਇਹਨੂੰ ਆਪਾਂ 2 ਵਾਰੀ ਪੜ੍ਹ ਸਕਦੇ ਹਾਂ। ਭੋਜਨ ਛਾਦਨ ਸਾਧਨ ਦੈਸੇ। ਤੇ ਨਾਲੇ ਆਪ ਛਕੇ, ਨਾਲੇ ਫਿਰ ਸਾਧੂ ਸੰਤਾਂ ਗੁਰਮੁਖਾਂ ਨੂੰ ਵੀ ਭੋਜਨ ਵੀ ਛਾਦਨ ਕਹੀਏ ਕੱਪੜਾ ਵਸਤਰ ਉਹ ਦੇ ਸਕਦਾ ਦੇਵੇ। ਕਰਨਾ ਕਰ ਸੰਤ ਉਧਾਰ ਕਰੈ। ਇਸ ਤਰ੍ਹਾਂ ਇਹ ਭਾਈਆ ਜੈ ਰਾਮ ਜੀ ਜਿਹੜਾ ਗ੍ਰਸਤੀ ਹੈ ਨਾ ਉਹ ਕੰਮ ਕਾਰ ਕਰੇ, ਦਾਨ ਪੁੰਨ ਕਰੇ, ਕਰਨਾ ਕਰ ਸੰਤ ਉਧਾਰ ਕਰੇ। ਫਿਰ ਜਿਹੜੇ ਸੰਤ ਪੁਰਸ਼ ਹੈ ਉਹ ਕਿਰਪਾ ਕਰਕੇ ਉਸ ਜੀਵ ਦਾ ਉਧਾਰ ਕਰ ਦਿੰਦੇ ਹਨ। ਭਵ ਭੀਤਰ ਫੇਰ ਨ ਆਵਤ ਕੈਸੇ। ਫਿਰ ਉਹ ਕਿਸੇ ਤਰ੍ਹਾਂ ਵੀ ਆ ਸੰਸਾਰ ਦੇ ਉੱਤੇ ਦੁਆਰੇ ਜਨਮ ਲੈ ਕੇ ਨਹੀਂ ਆਉਂਦਾ, ਭਾਵ ਜਨਮ ਮਰਨ ਵਿੱਚ ਨਹੀਂ ਪੈਂਦਾ ਹੈ। ਫੇਰ ਜਰਾਮ ਗਿਰਾ ਉਚਰੀ। ਫਿਰ ਭਾਈਆ ਜੈ ਰਾਮ ਜੀ ਨੇ ਇਸ ਤਰ੍ਹਾਂ ਬੋਲ ਕਹੇ ਹਨ, ਤੁਮ ਆਏ ਸਮੋ ਮਨ ਮੈਂ ਮਨ ਹੈ ਅਨੁਸਾਰੀ। ਕਹਿਣ ਲੱਗਿਆ ਵੀ ਸਤਿਗੁਰੂ ਨਾਨਕ ਜੀ ਜਿਵੇਂ ਤੁਹਾਡੀ ਆਗਿਆ ਹੈ ਮੈਂ ਤਾਂ ਮਨ ਕਰਕੇ ਤੁਹਾਡੇ ਹੁਕਮ ਵਿੱਚ ਅਨੁਸਾਰ ਹਾਂ। ਮੋਰ ਸਕੋ ਨ ਕਹਿਓ ਤੁਮਰੋ। ਤੇ ਤੁਹਾਡਾ ਕਿਹਾ ਹੋਇਆ ਮੈਂ ਕੋਈ ਮੋੜ ਨਹੀਂ ਸਕਦਾ ਹਾਂ। ਕਹੋ ਤੁਮਰੋ, ਹਾਂ ਤੁਹਾਡਾ ਕਿਹਾ ਹੋਇਆ ਮੈਂ ਕਹਿਓ ਤੁਮਰੋ, ਕਿਹਾ ਹੋਇਆ ਮੈਂ ਵਾਪਸ ਭਾਵ ਵਚਨ ਮੋੜ ਨਹੀਂ ਸਕਦਾ। ਜਿਨ ਕੀਰਤ ਰਾਏ ਬੁਲਾਰ ਉਚਾਰੀ। ਤੁਸੀਂ ਮਹਾਨ ਹੋ ਜਿਨ੍ਹਾਂ ਦੀ ਕੀਰਤੀ ਮਹਿਮਾ ਰਾਏ ਬੁਲਾਰ ਤਲਵੰਡੀ ਦਾ ਹਾਕਮ ਉਹ ਵੀ ਉਚਾਰਦਾ ਨਵਾਬ। ਲੇਖਾ ਪੜ੍ਹੇ ਤੋ ਕਹੋ ਮੁਝ ਸੋ। ਹਾਂ ਜੇ ਤੁਸੀਂ ਲੇਖਾ ਪੜ੍ਹੇ ਤੋ ਕਹੋ ਮੁਝ ਸੋ ਕੱਛ। ਜੇ ਕੋਈ ਤੁਸੀਂ ਹਿਸਾਬ ਕਿਤਾਬ ਜਾਣਦੇ ਹੋ ਤਾਂ ਉਹ ਮੈਨੂੰ ਕੁਝ ਦੱਸੋ। ਲੈ ਦਿਓ ਜੋ ਹੋਏ ਲੇਖੇ ਕੀ ਕਾਰੀ। ਮੈਂ ਫਿਰ ਉਹੇ ਜਿਹਾ ਕੰਮ ਲੈ ਦਿੰਦਾ ਜਿਹੜਾ ਹਿਸਾਬ ਕਿਤਾਬ ਵਾਲਾ ਹੋਵੇ। ਹਉ ਜਾਨ ਹਉ ਸਭ ਜਾਨਤ ਭਾਂਤ ਹਿਸਾਬ ਕੀ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਹਾਂ ਭਾਈਆ ਜੈ ਰਾਮ ਜੀ ਮੈਂ ਸਾਰਾ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਵੀ ਕੋਈ ਹਿਸਾਬ ਕਿਤਾਬ ਹੈ ਉਹ ਸਭ ਜਾਣਦਾ ਹਾਂ। ਗੁਰੂ ਸਾਹਿਬ ਤਾਂ ਸਭ ਜਾਣਦੇ ਹੀ ਹਨ। ਲੈਨ ਜੋ ਦੇਨ ਭਲੇ ਹੈ ਵਿਚਾਰੀ। ਜੋ ਲੈਣਾ ਦੇਣਾ ਉਹ ਸਾਰਾ ਹਿਸਾਬ ਕਿਤਾਬ ਅਸੀਂ ਭਲੀ ਪ੍ਰਕਾਰ ਵਿਚਾਰਦੇ ਹਾਂ, ਜਾਣਦੇ ਹਾਂ। ਦੋਹਰਾ ਦੌਲਤ ਖਾਨ ਬਾਬ ਕੋ ਮੋਦੀ ਖਾਨਾ ਲੈ ਹੋ। ਭਾਈਆ ਜੈ ਰਾਮ ਜੀ ਕਹਿੰਦੇ ਫਿਰ ਦੌਲਤ ਖਾਨ ਨਵਾਬ ਦਾ ਮੋਦੀ ਖਾਨਾ ਉੱਥੇ ਲੋੜ ਹੈ, ਉਹ ਤੁਸੀਂ ਸੰਭਾਲ ਲਓ। ਤੁਮ ਤੇ ਹੋਏ ਨਿਬਾਹੋ ਜੇ ਕਰਹੁ ਕਾਜ ਸ਼ੁਭੇ ਹੋ। ਇਹ ਸਤਿਗੁਰੂ ਨਾਨਕ ਜੀ ਜੇ ਤੁਸੀਂ ਉਹ ਨਿਭਾ ਸਕਦੇ ਹੋ ਫਿਰ ਤਾਂ ਇਹ ਬਹੁਤ ਚੰਗਾ ਕੰਮ ਹੈ। ਸ਼ੁਭ ਕਾਰਜ ਉਹ ਤੁਸੀਂ ਕਰ ਲਓ। ਜਿਹੜਾ ਉਹਨਾਂ ਸਮਿਆਂ ਵਿੱਚ ਮੋਦੀ ਖਾਨਾ ਉਹ ਕੋਈ ਆਮ ਨਹੀਂ ਸੀ ਹੁੰਦਾ ਵੀ ਐਵੇਂ ਛੋਟੀ ਜਿਹੀ ਕੋਈ ਹੱਟੀ ਦੁਕਾਨ। ਗੁਰਮੁਖ ਉਦੋਂ ਉੱਥੇ ਹੀ ਬਸਤਰ ਵੀ ਆਉਣੇ, ਅੰਨ ਪਾਣੀ ਦਾ ਸਮਾਨ, ਇੱਥੋਂ ਤੱਕ ਜਿੰਨਾ ਫੌਜਾਂ ਦਾ ਰਾਸ਼ਨ ਸੀ ਉਹਦਾ ਸਾਰਾ ਹਿਸਾਬ ਕਿਤਾਬ। ਫਿਰ ਨਗਰ ਦੇ ਲੋਕਾਂ ਦਾ ਕਿੰਨਾ ਟੈਕਸ ਉੱਥੇ ਇਕੱਠਾ ਹੋ ਕੇ ਆਉਣਾ
ਤੇ ਕਿੰਨਾ ਫਿਰ ਉਹਨਾਂ ਨੂੰ ਅੰਨ ਪਾਣੀ ਜਾਣਾ, ਉਹ ਸਾਰਾ ਕੱਟ ਕਟਾ 6 ਮਹੀਨਿਆਂ ਬਾਅਦ ਹਿਸਾਬ ਕਿਤਾਬ ਹੁੰਦਾ ਸੀ। ਤੇ ਆਪਾਂ ਜਾਣਦੇ ਹਾਂ ਜਿਹੜੇ ਹੁਣ ਸੁਲਤਾਨਪੁਰ ਲੋਧੀ ਦਰਸ਼ਨ ਮੇਲੇ ਕਰਨ ਜਾਂਦੇ ਆ ਮੁਖੋ, ਉਹ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਹੱਟ ਸਾਹਿਬ ਗੁਰਦੁਆਰਾ ਸਾਹਿਬ ਹੈ, ਉਹ ਵੱਟੇ ਵੀ ਉਦੋਂ ਦੇ ਉਸ ਸਮੇਂ ਦੇ ਉਸ ਤਰ੍ਹਾਂ ਸਤਿਕਾਰ ਨਾਲ ਪਏ ਨੇ। ਤੇ ਫਿਰ ਅੰਦਰ ਘਰ ਚਲੇ ਜਾਈਏ, ਦੇਖੋ ਜਿੱਥੇ ਹਿਸਾਬ ਕਿਤਾਬ ਹੋਇਆ ਉਹ ਵੀ ਸਥਾਨ ਹੈ। ਜੋ ਬੇਬੇ ਨਾਨਕੀ ਜੀ ਦਾ ਘਰ ਹੈ ਉਹ ਵੀ ਉਸੇ ਤਰ੍ਹਾਂ ਬਹੁਤ ਸੋਹਣਾ ਸੁੰਦਰ ਬਣਿਆ ਹੋਇਆ ਹੈ। ਤੇ ਇਸ ਤਰ੍ਹਾਂ ਹੀ ਹਿਸਾਬ ਕਿਤਾਬ ਵਾਲਾ ਫਿਰ ਉੱਥੇ ਚਲੋ 6ਵੇਂ ਪਾਤਸ਼ਾਹ ਮਹਾਰਾਜ ਦਾ, ਉਹ ਬਾਅਦ ਵਿੱਚ ਮਹਾਰਾਜ ਜਦੋਂ ਆਏ 5ਵੇਂ ਪਾਤਸ਼ਾਹ ਜੀ, 6ਵੇਂ ਪਾਤਸ਼ਾਹ ਜੀ ਦੀ ਬਰਾਤ ਲੈ ਕੇ ਡੱਲਾ ਨਗਰ ਪਹਿਲਾਂ ਆ ਜਾਂਦਾ ਜੀ, ਇੱਧਰੋਂ ਆਪਾਂ ਜਾਂਦੇ ਹਾਂ ਜਦੋਂ ਨੇੜੇ ਹੀ ਆ ਉੱਥੋਂ, ਉੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵਿਆਹੇ, ਜੋ ਸਤਿਕਾਰਯੋਗ ਮਾਤਾ ਦਮੋਦਰੀ ਜੀ। ਇਹ ਗੁਰਮੁਖੋ ਜਿਹੜਾ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਦਾ ਘਰ ਹੈ ਉਹ ਵੀ ਹੈ। ਤੇ ਉੱਥੇ ਹੀ ਜਿੱਥੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਦਾ ਜੋ ਜਨਮ ਹੋਇਆ, ਉਹ ਪੁਰਾਤਨ ਕਮਰਾ ਉਸੇ ਤਰ੍ਹਾਂ ਹੁਣ ਵੀ ਮੌਜੂਦ ਹੈ। ਤੋ ਦਰਸ਼ਨ ਮੇਲੇ ਕਰਦੇ ਉਹ ਸਾਰੇ ਸਥਾਨ ਹਨ। ਤੇ ਰਹੋ ਵਿਚਾਰ, ਕਹਿਣ ਲੱਗੇ ਵੀ ਮੋਦੀ ਖਾਨਾ, ਮੋਦੀ ਦਾ ਅਰਥ ਹੁੰਦਾ ਹੈ ਭੰਡਾਰੇ ਵਰਤਾਉਣ ਵਾਲਾ। ਤੇ ਮੋਦੀ ਖਾਨਾ ਜਿੱਥੇ ਭੰਡਾਰੇ ਪਏ, ਹੁਣ ਖਾਨਾ ਘਰ ਨੂੰ ਕਹਿੰਦੇ ਆ, ਭੰਡਾਰਿਆਂ ਦਾ ਘਰ। ਇਸ ਤਰ੍ਹਾਂ ਮੋਦੀ, ਜਿਹੜਾ ਮੋਦੀ ਦਾ ਅਰਥ ਹੁੰਦਾ ਭੰਡਾਰੇ ਵਰਤਾਉਣ ਵਾਲਾ। ਉਹ ਆ ਪਿੱਛੇ ਜੇ ਇੱਕ ਨੈਟ ਦੇ ਉੱਤੇ ਜਿਵੇਂ ਅਰਥ ਕੀਤੇ ਹੋਏ ਹੁੰਦੇ ਆ ਸੰਖੇਪ, ਤੇ ਆਉਂਦਾ ਨੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉੱਥੇ ਉਹਨੇ ਭੰਡਾਰੀ ਦਾ ਅਰਥ ਲਿਖ ਦਿੱਤਾ ਮੋਦੀ। ਤੇ ਹੁਣ ਸਾਡੇ ਵਿੱਚ ਗਿਆਨਾਂ ਸਿਓ ਬਹੁਤੇ ਨੇ ਜਿਹੜੇ ਨੈਟ ਤੇ ਬੈਠੇ ਆ, ਉਹ ਕਹਿੰਦੇ ਨੇ ਵੀ ਜਿੰਨਾ ਗਿਆਨ ਸਾਨੂੰ ਹੈ ਨਾ, ਜਿਹੜੇ ਫੇਸਬੁੱਕ ਵਾਲੇ ਆ, ਉਹਨਾਂ ਕਿਸੇ ਨੂੰ ਨਹੀਂ। ਤੇ ਖਾ ਕੇ ਰਜਾਈ 'ਚ ਬੈਠੇ ਫਿਰ ਉਹ ਗਿਆਨ ਦਿੰਦੇ ਆ ਨੈਟ ਦੇ ਉੱਤੇ। ਨਾ ਸਾਸੰਗ ਕਰਨੀ ਹੈ, ਨਾ ਗੁਰਮੁਖੋ ਕੋਈ ਬਾਣੀ ਪੜ੍ਹਨੀ ਹੈ, ਨਾ ਸਿਮਰਨ ਕਰਨਾ ਹੈ, ਨਾ ਬਾ ਕਹਿੰਦੇ ਲੋੜ ਨਹੀਂ। ਤੇ ਗਿਆਨ ਹੀ ਹੈ, ਗਿਆਨ ਸਾਨੂੰ ਬਥੇਰਾ ਇਕੱਠਾ ਹੋਇਆ ਵਾ। ਇਸ ਕਰਕੇ ਉਹ ਜਿਉਂ ਚੱਕਿਆ ਵੀਡੀਓ ਬਣਾ ਕੇ ਉਹਦੀ ਉਸ ਅਰਥਾਂ ਵਾਲੀ ਹੈ, ਆਹ ਦੇਖੋ ਜੀ ਮੋਦੀ RSS ਦੀਆਂ ਚਾਲਾਂ, ਗੁਰਬਾਣੀ 'ਚ ਮੋਦੀ ਦਾ ਨਾਮ ਬਾੜਤਾ, ਆਹ ਕਰਤਾ, ਉਹਦੇ ਅਰਥ ਕੇ ਭੰਡਾਰੀ ਦੇ ਮੋਦੀ ਕਰਤੇ। ਇੰਨਾ ਮੂਰਖ ਟੋਲਾ ਹੈਰਾਨ ਹੁੰਦੇ ਆ ਵੀ ਆਪਣੀ ਬੁੱਧੀ ਦਾ ਜਨਾਜ਼ਾ ਕੱਢਦੇ ਆ ਇਹ ਲੋਕ। ਵੀ ਹੁਣ ਜੇ ਮੋਦੀ ਇਕੱਲਾ ਇਹੀ ਹੈ, ਇੱਥੇ 3500 ਮੋਦੀ ਫਿਰਦੇ ਹੋਣੇ ਆ, ਤੇ ਇਹਦਾ ਮਤਲਬ ਉਹ ਤਾਂ ਨਹੀਂ ਜੇ ਗੁਰਬਾਣੀ ਜਦੋਂ ਆ ਗਿਆ ਉਹਦਾ ਹੈ। ਹੁਣ ਐਂ ਤਾਂ ਗੁਰਬਾਣੀ ਵਿੱਚ ਮੋਦੀ ਸ਼ਬਦ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਹੈ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲਟਕਾ ਮਾਰੇ। ਤੇ ਕੱਲ ਨੂੰ ਕੁੱਟ ਕੇ ਕਹਿ ਦੂ ਵੀ ਆਹ ਦੇਖੋ ਜੀ ਆਹ ਮੋਦੀ ਦਾ ਨਾਂ ਲਿਖਿਆ ਗੁਰੂ ਗ੍ਰੰਥ ਸਾਹਿਬ। ਇਸ ਤਰ੍ਹਾਂ ਦਾ ਮਨਮੋਹਨ ਸ਼ਬਦ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਮਿਤ ਸ਼ਬਦ ਵੀ ਹੈਗਾ। ਕੱਲ ਨੂੰ ਆ ਨਾ ਕਹਦੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਆ ਗਿਆ। ਐਡੀ ਮੂਰਖਤਾ, ਪਤਾ ਨਹੀਂ ਹੈਰਾਨੀ ਹੁੰਦੀ ਹੈ ਵੀ। ਤੇ ਉਹ ਚੱਕੀ ਹੈ ਜਿਉਂ ਉਹ ਜੇ ਗਾਹਾਂ ਉਹ ਸ਼ੇਰ ਕਰੀ ਜਾਂਦੇ RSS ਦੀ ਚਾਲ, ਫਲਾਨੇ ਦੀ ਚਾਲ। ਤੇ ਆਹ ਇੱਕ ਹਥਿਆਰ ਬਹੁਤ ਵਧੀਆ ਵੀ ਜੇ ਕਿਸੇ ਨੂੰ ਨੀਵਾਂ ਦਿਖਾਉਣਾ ਮਿੰਟੇ ਠੱਪਾ ਲਾ ਦੋ RSS ਦਾ ਏਜੰਟ ਹੈ। ਤੇ ਜੇ ਉਹਨੂੰ ਪੁੱਛੇ ਵੀ ਹੈ ਕੀ ਆ, ਉਹ ਕੱਖ ਨਹੀਂ ਪਤਾ। ਹੁਣ ਇਹ ਉਹ ਬੰਬ ਦਾ ਨਹੀਂ ਹੈ ਜਿਹਨੂੰ ਇੰਨਾ, ਤਾਂ ਬਸ ਇਹ ਆ ਵੀ ਮੂਰਖਤਾ ਜਿਹੜੀ ਹੈ ਨਾ ਉਹ ਝਲਕਦੀ ਹੈ। ਤੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਮੋਦੀ ਖਾਨੇ ਦੀ, ਮਹਾਰਾਜ ਨੇ ਮੋਦੀ ਦੀ ਨੌਕਰੀ ਕੀਤੀ, ਮੋਦੀ ਦਾ ਕੰਮ ਕੀਤਾ। ਮੋਦੀ ਦਾ ਅਰਥ ਹੁੰਦਾ ਭੰਡਾਰੇ ਵਰਤਾਉਣ ਵਾਲਾ। ਭਾਈਆ ਜੈ ਰਾਮ ਜੀ ਕਹਿੰਦੇ ਹਨ ਦੋਹਰੇ ਵਿੱਚ, ਦੌਲਤ ਖਾਂ ਨਵਾਬ ਕੋ ਮੋਦੀ ਖਾਨਾ ਲੇਹੋ, ਤੁਮ ਤੇ ਹੋਏ ਨਿਬਾਹੋ ਜੇ ਕਰੋ ਕਾਜ ਸ਼ੁਭ ਇਹੋ। ਜੇ ਤੁਹਾਤੋਂ ਇਹ ਨਿਵਾਹ ਹੋ ਜੇ ਸ਼ੁਭ ਕਾਰਜ ਹੈ, ਤੁਸੀਂ ਇਹ ਕਰ ਲਵੋ ਕਬਿਤ ਭਾਖੀ ਜੋ ਜੈ ਰਾਮ ਸੋਈ ਨਾਨਕ ਜੀ ਮਾਨ ਮਨ। ਜਿਹੜੀ ਭਾਈਆ ਜੈ ਰਾਮ ਜੀ ਨੇ ਗੱਲ ਕਹੀ, ਸਤਿਗੁਰੂ ਨਾਨਕ ਦੇ ਪਾਤਸ਼ਾਹ ਨੇ ਮਨ ਵਿੱਚ ਮੰਨੀ।
ਕਹੈ ਕਰਤਾਰ ਨਿਰਬਾਹ ਮੋਹਿ ਕਾਜ ਕੋ। ਕਹਿਣ ਲੱਗਿਆ ਵੀ ਹਾਂ, ਮੇਰੇ ਕੰਮ ਨੂੰ ਆਪ ਹੀ ਕਰਤਾਰ, ਆਪ ਪਰਮੇਸ਼ਰ ਹੀ ਨਿਭਾਹੇਗਾ। ਦੀਨ ਬੰਦ ਦਇਆ ਨਿਧ ਸਦਾ ਹੀ ਪ੍ਰਸਿੱਧ ਸਾਰੈ। ਜੋ ਦੀਨਾ ਬੱਧੂ ਦਇਆ ਦੇ ਖਜ਼ਾਨੇ, ਦੀਨ ਬੰਦ ਦਇਆ ਨਿਧ, ਨਿਧ ਖਜ਼ਾਨੇ ਨੂੰ ਕਹਿੰਦੇ ਆ। ਦੀਨਾ ਬੰਧੂ, ਦੀਨਾ ਗਰੀਬਾਂ ਦੇ ਰੱਖਿਅਕ, ਪ੍ਰੇਮੀ, ਦਇਆ ਦੇ ਖਜ਼ਾਨੇ, ਨਿਧ ਸਮੁੰਦਰ ਨੂੰ ਵੀ ਕਹਿ ਲੋ ਦਇਆ ਦੇ ਸਮੁੰਦਰ, ਸਦਾ ਹੀ ਪ੍ਰਸਿੱਧ ਸਾਰੈ। ਜੋ ਸਦਾ ਹਮੇਸ਼ਾ ਹੀ ਸਾਰੇ ਪ੍ਰਤੱਖ ਪ੍ਰਸਿੱਧ ਹੈ। ਸੰਤਨ ਸਹਾਈ ਰਾਖੈ ਨਿਜ ਨਾਮ ਲਾਜ ਕੋ। ਜੋ ਪਰਮੇਸ਼ਰ ਸੰਤਾਂ ਦਾ ਸਹਾਈ ਹੈ, ਉਹ ਆਪਣੇ ਨਾਮ ਦੀ ਲਾਜ ਆਪ ਰੱਖੇਗਾ। ਭਾਖਤ ਜੈ ਰਾਮ ਤੁਮ ਪਾਸ ਹੋਏ ਆਵੇ ਕਾਮ। ਇਉਂ ਜੈ ਰਾਮ ਜੀ ਕਹਿੰਦੇ ਵੀ ਤੁਮ ਪਾਸ ਹੋਏ ਆਵੇ ਕਾਮ, ਜਿਹੜਾ ਤੁਹਾਡੇ ਕੋਲੋਂ ਕੰਮ ਹੋ ਜਾਵੇ। ਹਿਰਦੇ ਮੈਂ ਵਿਚਾਰੋ ਜਾਨੋ ਬਹੁਤ ਸਮਾਜ ਕੋ। ਮੈਂ ਹਿਰਦੇ ਵਿੱਚ ਵਿਚਾਰਦਾ ਜਾਣਦਾ ਵੀ ਉਹ ਜਿਹੜਾ ਕੰਮ ਹੈ ਬਹੁਤ ਸਾਜੋ ਸਮਾਨ ਉਹਦੇ ਵਿੱਚ ਹੁੰਦਾ ਹੈ। ਚੱਲੀਏ ਨਵਾਬ ਪਾਸ ਮਿਲੀਏ ਆਵਾਸ ਤੇ। ਚਲੋ ਫਿਰ ਚੱਲੀਏ ਦੌਲਤ ਖਾਂ ਲੋਧੀ ਨਵਾਬ ਕੋਲ, ਉਹਦੇ ਘਰ ਜਾ ਕੇ ਉਸਨੂੰ ਆਵਾਸ ਨਾਮ ਕਰਦਾ, ਉਸਨੂੰ ਘਰ ਮਿਲੀਏ। ਕੀਜੈ ਨਾ ਬਿਲੰਬ ਅਬ ਭਲੋ ਦਿਨ ਆਜ ਕੋ। ਫਿਰ ਦੇਰੀ ਨਹੀਂ ਕਰਨੀ, ਇਹ ਜਾਣੋ ਵੀ ਅੱਜ ਭਲਾ ਹੀ ਦਿਨ ਹੈ। ਆਪਾਂ ਜਦੋਂ ਮਨ ਚ ਆ ਗਿਆ ਚੱਲੀਏ। ਸਵਈਆ ਦੌਲਤ ਖਾਨ ਕੇ ਪਹੁੰਚ ਗਏ ਪ੍ਰਭ। ਦੌਲਤ ਖਾਂ ਲੋਧੀ ਦੇ ਆਵਾਸ ਵੀ ਘਰ ਨੂੰ ਕਹਿੰਦੇ ਆ, ਭੌਣ ਵੀ ਘਰ ਨੂੰ ਕਹਿੰਦੇ ਆ। ਉਹਦੇ ਘਰ ਗਏ ਹਨ ਪਰਮੇਸ਼ਰ ਸਤਿਗੁਰੂ। ਜਾਏ ਮਿਲੇ ਸਭ ਬਾਤ ਜਨਾਏ। ਜਾ ਕੇ ਮਿਲੇ ਹਨ, ਸਾਰੀ ਗੱਲ ਦੱਸੀ। ਨਾਨਕ ਰੂਪ ਨਿਹਾਰ ਨਵਾਬ। ਤੇ ਗੁਰੂ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਵੇਖ ਕੇ ਜੋ ਨਵਾਬ ਦੌਲਤ ਖਾਂ ਕਹੈ ਇਹ ਮੋਦੀ ਕੀ ਕਾਰ ਚਲਾਏ। ਕਹਿੰਦੇ ਵੀ ਫਿਰ ਇਉਂ ਕਰੋ, ਇਹ ਮੋਦੀ ਦੀ ਕਾਰ ਜਿਹੜੀ ਹੈ ਉਹ ਇਹ ਚਲਾਉਣ। ਹੈ ਮਤਵਾਨ ਸੁਜਾਨ ਸਾਦੀਸਤ, ਤੇ ਹੈ ਵੀ ਲੱਗਦਾ ਦੇਖਣ ਨੂੰ ਬੁੱਧੀ ਵਾਲਾ ਤੇ ਬਹੁਤ ਸਿਆਣੇ ਦਿਸਦੇ ਹਨ। ਪੋਸ਼ਿਸ਼ ਭੇਟ ਦਇਓ ਹਰ ਖਾਏ। ਤੇ ਫਿਰ ਸਤਕਾਰ ਵਿੱਚ ਨਵਾਬ ਦੌਲਤ ਖਾਂ ਨੇ ਪੋਸ਼ਾਕ ਵੀ ਸਤਿਗੁਰਾਂ ਨੂੰ ਭੇਟਾ ਰੂਪ ਵਿੱਚ ਦਿੱਤੀ ਹੈ। ਰੋਹੇ ਪਈਏ ਪੁਨ ਦੀਨ, ਰੋਹੇ ਪਈਏ ਪੁਨ ਦੀਨ ਹਜ਼ਾਰ। ਰੋਹੇ ਪਈਏ ਰੁਪਈਏ, ਫਿਰ 1000 ਰੁਪਈਆ ਜਿਹੜਾ ਹੈ ਉਹ ਦਿੱਤਾ ਹੈ। ਜੈ ਰਾਮ ਸਮੇਤ ਲਏ ਘਰ ਆਏ। ਤੇ ਜੈ ਰਾਮ ਜੀ ਦੇ ਸਮੇਤ ਉਹ 1000 ਰੁਪਈਆ ਜਿਹੜਾ ਹੈ ਸਾਰਾ ਸੌਦਾ ਪੱਤਾ ਜੋ ਸਮਾਨ ਲਿਆਉਣਾ ਉਹ ਕੇ ਲਿਆ ਕੇ ਤੁਸੀਂ ਰੱਖੋ। ਉਹ ਲੈ ਕੇ ਘਰ ਆ ਗਏ 1000 ਰੁਪਈਆ। ਸੋਰਠਾ ਅਗਲੇ ਦਿਨ ਜੈ ਰਾਮ ਸਭ ਬਿਦ ਸੌਜ ਲਿਆ ਭਲੇ। ਦੂਜੇ ਦਿਨ ਭਾਈਆ ਜੈ ਰਾਮ ਜੀ ਨੇ ਸਾਰੇ ਤਰ੍ਹਾਂ ਦਾ ਜਿਹੜਾ ਸੌਜ ਸਮਾਨ ਸੀ ਉਹ ਭਰੀ ਪ੍ਰਕਾਰ ਲਿਆ ਰੱਖਿਆ ਹੈ। ਗਾਦੀ ਬੈਠ ਭੇ ਰਾਮ ਬਾਲਾ ਤੋਲਤ ਦੇਵਈ। ਹੁਣ ਗੱਦੀ ਦੇ ਉੱਤੇ ਬੈਠੇ ਨੇ ਭੇ ਰਾਮ। ਮੁੱਖ ਜਿਹੜੀ ਗੱਦੀ ਹੈ ਪਰਮੇਸ਼ਰ ਸਰੂਪ ਸਤਿਗੁਰੂ ਜੀ। ਤੇ ਉਹ ਮਹਾਰਾਜ ਕਹਿੰਦੇ ਵਿਆਹ ਲੈ, ਆਹ ਬੱਟਾ ਧਰ ਲਾ, ਉਹ ਧਰ ਲਾ। ਭਾਈ ਬਾਲਾ ਜੀ ਸਾਰਾ ਨਾਲ ਕਾਰਜ ਕਰਾ ਰਹੇ ਆ, ਤੋਲ ਤੋਲ ਦੇ ਰਹੇ ਹਨ। ਸੰਬਤ 17 ਮਾਹੇ ਮੋਦੀ ਖਾਨ ਚਲਾਇਓ। ਸੰਬਤ 17 ਮਾਹੇ, 17ਵੇਂ ਸਾਲ ਵਿੱਚ ਸਤਿਗੁਰੂ ਜੀ ਉਦੋਂ 17ਵੇਂ ਸਾਲ ਚ ਸਨ। ਉਮਰ ਰੂਪ ਜਦੋਂ ਮੋਦੀ ਖਾਨਾ ਚਲਾਇਆ ਹੈ। ਸ੍ਰੀ ਸਤਿਗੁਰ ਜਗ ਰਾਹੇ ਖੇਲ ਕਵਨ ਕਵੀ ਕਹਿ ਸਕੈ। ਸ੍ਰੀ ਸਤਿਗੁਰ ਜਗ ਰਾਹੇ, ਜੋ ਜਗਤ ਰਾਜਾ, ਜਗਤ ਦੇ ਜਗ ਨੂੰ ਸਾਰਾ ਰਸਤਾ ਦਿਖਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਸਤਿਗੁਰੂ ਜੀ ਖੇਲ ਕਵਨ ਕਵੀ ਕਹਿ ਸਕੈ।
ਉਹਨਾਂ ਦੇ ਇਹਨਾਂ ਖੇਲਾਂ ਕੌਤਕਾਂ ਨੂੰ ਕਵੀ ਜੀ ਕਹਿੰਦੇ ਭਾਈ ਕੌਣ ਕਹਿ ਸਕਦਾ ਹੈ ਵੀ ਇਹ ਤਾਂ ਮਹਾਰਾਜ ਦੇ ਕੌਤਕ ਹੀ ਹੈ। ਤਲਵੰਡੀ ਆਪਣੇ ਨਗਰ ਮਾਤਾ ਪਿਤਾ ਕਹਿੰਦੇ ਰਹੇ ਕੰਮਕਾਰ ਕਰ ਲੋ, ਉੱਤੇ ਮਹਾਰਾਜ ਕਹਿੰਦੇ ਵੀ ਨਾ, ਚੁੱਪ ਕਰਕੇ ਵੀ ਪੈ ਜਾਂਦੇ। ਜੇ ਪੈਸੇ ਦਿੱਤੇ ਕੰਮਕਾਰ ਲਈ ਪਿਤਾ ਨੇ, ਉਹ ਵੀ ਸਾਧੂਆਂ ਗੁਰਮੁਖਾਂ ਨੂੰ ਅੰਨ ਪਾਣੀ ਬਸਤਰ ਲਿਆ ਕੇ ਦੇਤਾ। ਇੱਥੇ ਆ ਕੇ ਕਹਿੰਦੇ ਵੀ ਦੇਖ ਭਾਈਆ ਜੈ ਰਾਮ, ਮੈਂ ਐਂ ਤਾਂ ਨਹੀਂ ਮੈਂ ਚੰਗਾ ਲੱਗਦਾ ਬੈਠਾ ਇੱਥੇ ਅੰਨ ਪਾਣੀ ਛਕਾਂ ਤੇ ਦੁਨੀਆ ਕਹੂ ਲੈ ਇਹ ਤਾਂ ਵਿਹਲਾ ਹੈ। ਨਾਲੇ ਭਾਈ ਸੰਸਾਰ ਦੀ ਰੀਤੀ ਹੈ ਵੀ ਕੰਮਕਾਰ ਬੰਦਾ ਕਰੇ, ਉਹਦੇ ਅੰਨ ਪਾਣੀ ਛਕੇ, ਨਾਲੇ ਅੰਨ ਪਾਣੀ ਬਸਤਰ ਕਿਸੇ ਗੁਰਮੁਖਾਂ ਨੂੰ ਦਾਨ। ਜੇ ਹੁਣ ਗੁਰਮੁਖ ਦੇ ਘਰ ਵਿੱਚ ਹੋਊਗਾ ਗ੍ਰਸਤੀ ਦੇ, ਫੇਰ ਹੀ ਗੁਰਮੁਖੋ ਦਾਨ ਪੁੰਨ ਕਰੂ। ਇਸ ਕਰਕੇ ਇਹ ਕਿਰਤ ਵੀ ਜ਼ਰੂਰੀ ਹੈ, ਸਿਆਣੇ ਬੰਦੇ ਕਹਿੰਦੇ। ਹੁਣ ਇੱਥੇ ਖੇਡ ਹੈ, ਇਸ ਕਰਕੇ ਕਵੀ ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਇਹ ਮਹਾਰਾਜ ਦੇ ਜਗਤ ਰਾਏ ਸਤਿਗੁਰੂ ਜੀ ਦੇ ਜਿਹੜੇ ਕੌਤਕ ਹੈ ਜਗਤ ਗੁਰੂ ਦੇ, ਉਹ ਕੌਣ ਕਹਿ ਸਕਦਾ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਭਾਈ ਜਿਹੜਾ ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ ਪ੍ਰਥਮ ਮਹੱਲੇ, ਇਹਦੇ ਵਿੱਚ ਪਹਿਲਾ ਮਹੱਲਾ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਦਾ ਜੀਵਨ, ਸੁਲਤਾਨਪੁਰ ਆ ਗਵਨ ਮੋਦੀ ਖਾਨੇ ਪ੍ਰਸੰਗ। ਸੁਲਤਾਨਪੁਰ ਆ ਕਰਕੇ ਜੋ ਮੋਦੀ ਖਾਨਾ ਚਲਾਉਣਾ ਉਹ ਪ੍ਰਸੰਗ ਵਰਣਨ, ਇਹ ਵਰਣਨ ਕੀਤਾ। ਨਾਮ 11ਵਾਂ ਮੰਦਰ ਹੈ। ਇਹ ਜਿਹੜਾ ਪ੍ਰਸੰਗ ਲੈ ਲਓ, ਇਹ ਕਹਿੰਦੇ 11ਵਾਂ ਘਰ ਹੈ ਇਸ ਪਹਿਲੇ ਮਹੱਲੇ ਦਾ। ਦੋ ਹੋਰਾ ਅੱਗੇ ਹੁਣ ਗੁਰਮੁਖੋ 12ਵਾਂ ਜਿਹੜਾ ਹੈ, ਜਿਵੇਂ ਅਧਿਆਏ ਸੀ ਇਹਦੇ ਵਿੱਚ ਮੰਦਰ ਰੂਪ ਆ ਗਿਆ ਵੀ 12ਵੇਂ ਘਰ ਦੇ ਪ੍ਰਸੰਗ ਕਹਿ ਰਹੇ ਹਨ। ਸੰਮਤ 10 ਅਰ 8 ਮੈਂ ਲੰਗਰ ਗੁਰੂ ਲਗਾਏ। ਮਹਾਰਾਜ 18ਵੇਂ ਸਾਲ ਵਿੱਚ ਹੋਏ ਹੈ ਤੇ ਗੁਰੂ ਸਾਹਿਬ ਨੇ ਕੀ ਕੀਤਾ, ਹੁਣ ਇੱਕ ਪਾਸੇ ਲੰਗਰ ਚਲਾ ਦਿੱਤਾ ਹੈ। ਭੂਖੋ ਕੋ ਨਹਿ ਜਾਵਈ ਬਿੰਜਨ ਬਹੁ ਬਿਦ ਖਾਏ। ਤੇ ਉਹ ਲੰਗਰ ਚੱਲਦਾ ਹੈ, ਕੋਈ ਵੀ ਆਉਂਦਾ ਉਹ ਭੁੱਖਾ ਨਹੀਂ ਜਾਂਦਾ ਹੈ। ਬਹੁਤ ਤਰ੍ਹਾਂ ਦੇ ਬਿੰਜਨ, ਨਾਮ ਗੁਰਮੁਖੋ ਰਸੋਈ ਦਾ ਭਾਵ ਬਹੁਤ ਤਰ੍ਹਾਂ ਦੀ ਰਸੋਈ ਛਕਦਾ, ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਖਾਣੇ ਉਸ ਨੂੰ ਛਕਣ ਵਾਸਤੇ ਜੋ ਆਉਂਦਾ ਹੈ ਉਹ ਮਿਲਦੇ ਹਨ। ਕਬਿਤ ਆਵਤ 1000 ਮੋਦੀ ਖਾਨੇ ਕੀ ਚਲਾਏ ਕਾਰ। ਆਵਤ 1000, ਦੇਖੋ ਇਹ 1000 ਰੁਪਈਆ ਲੈ ਕਰਕੇ ਫਿਰ ਮੋਦੀ ਖਾਨੇ ਦੀ ਜਿਹੜੀ ਕਾਰ ਉਹ ਚਲਾ ਦਿੱਤੀ। ਲੈਨ ਜੋ ਆਏ ਸੋ ਜਾਏ ਹੁਲਸਾਏ ਕੈ। ਜਿਹੜਾ ਵੀ ਕੋਈ ਕੁਝ ਲੈਣ ਆਉਂਦਾ ਹੈ ਨਾ, ਉਹ ਹੁਲਸਾ ਕੇ ਜਾਂਦਾ, ਪੂਰਾ ਖੁਸ਼ ਹੋ ਕੇ ਜਾਂਦਾ ਹੈ। ਬਜਾਜੀ ਔਜਨਸ ਬਸਾਤੀ ਰੰਗ ਰੰਗ ਬਹੁ। ਬਜਾਜੀ ਭਾਵ ਵਸਤਰ ਕੱਪੜਾ, ਬਜਾਜੀ ਔ ਜਿਸ ਜਿਹੜਾ ਜਿਨਸ, ਇੱਕ ਤਾਂ ਭਾਈ ਜਿਹੜਾ ਹੈ ਉੱਥੇ ਬਜਾਜ ਵਸਤਰ ਨੇ, ਫਿਰ ਹੋਰ ਜਿਨਸ ਹੈ ਬਸਾਤੀ ਰੰਗ ਰੰਗ ਬਹੁ। ਤੇ ਤਰ੍ਹਾਂ ਤਰ੍ਹਾਂ ਦੇ ਬਸਾਤੀ, ਜਿਹੜਾ ਬਸਾਤੀ ਕਹਿੰਦੇ ਨੇ ਸਟਾਕ, ਜਿਵੇਂ ਇਕੱਠਾ ਕਰ ਲਿਆ ਰੰਗ, ਤਰ੍ਹਾਂ ਤਰ੍ਹਾਂ ਦਾ ਬਹੁਤ ਹੀ। ਗੁਰੂ ਬਤਲਾ ਹੈ ਬਾਲਾ ਦੇਵੈ ਧਾਏ ਧਾਏ ਕੈ। ਤੇ ਸਤਿਗੁਰੂ ਜੀ ਬੈਠੇ ਵੀ ਉਹ ਚੱਕ ਲਿਆ, ਭਾਈ ਬਾਲਾ ਜੀ ਭੱਜ ਭੱਜ ਕੇ ਚੱਕ ਚੱਕ ਲਿਆਉਂਦੇ ਐ, ਉਹ ਵਰਤਾਉਂਦੇ ਹਨ। ਮੰਗਤ ਜੋ ਆਵੇ ਕੋ ਛੂਛੋ ਹੂੰ ਨਾ ਜਾਵੇ ਬਹੁ। ਜਿਹੜਾ ਵੀ ਕੋਈ ਮੰਗਣ ਆਉਂਦਾ ਨਾ, ਉਹ ਆ ਕੇ ਕਹਿ ਦਿੰਦਾ ਮੇਰੇ ਕੋਲ ਤਾਂ ਜੀ ਧਨ ਤਾਂ ਹੈ ਨਹੀਂ, ਪਰ ਆਹ ਚੀਜ਼ ਦੀ ਜ਼ਰੂਰਤ, ਉਹ ਵੀ ਭਾਈ ਕੋਈ ਖਾਲੀ ਨਹੀਂ ਜਾਂਦਾ ਹੈ। ਆਸਖ ਅਲਾਵੈ ਜੋ ਮੰਗੈ ਸੋ ਪਾਏ ਕੈ। ਜੋ ਮੰਗਿਆ ਉਹ ਮਿਲ ਜਾਂਦਾ ਪਾ ਕੇ, ਉਹ ਵੀ ਫਿਰ ਅਸੀਸਾਂ ਦਿੰਦਾ ਹੈ। ਹੋਤ ਭੀਰ ਭਾਰੀ ਲੈਨ ਹਾਰ ਨਹਿ ਪਾਏ ਵਾਰੀ। ਬਹੁਤ ਇਕੱਠ ਹੋ ਜਾਂਦਾ, ਭੀੜ ਹੋ ਜਾਂਦੀ ਹੈ, ਲੈਣ ਜੋ ਭਾਈ ਵਸਤੂ ਲੈਣ ਆਉਂਦੇ, ਵਾਰੀ ਨਹੀਂ ਮਿਲਦੀ ਹੈ। ਦੇਤ ਭੁਨ ਸਾਰੀ ਤੇ ਪ੍ਰਦੋਖ ਲੋ ਗਨਾਏ ਕੈ। ਇਉਂ ਸਵੇਰ ਤੋਂ ਭੁਨ ਸਾਰੀ, ਤੜਕੇ ਸੂਰਜ ਚੜ੍ਹਨ ਲਾਲੀ ਪੌ ਫੁੱਟਦੇ, ਉਦੋਂ ਤੇ ਸਤਿਗੁਰੂ ਵਰਤਾਉਣਾ ਸ਼ੁਰੂ ਕਰ ਦਿੰਦੇ ਐ। ਪ੍ਰਦੋਖ ਲੋ ਗਨਾਏ ਕੈ। ਇਹ ਜਾਣ ਲਓ ਵੀ ਰਾਤ ਤੱਕ
ਇਉਂ ਜਿਹੜਾ ਹੈ ਉਹ ਮੋਦੀ ਖਾਨਾ ਚੱਲ ਰਿਹਾ ਹੈ। ਸਵਈਆ ਯਾ ਬਿਦ ਦੇਖ ਬਸੇਖ ਆਨੰਦਤ। ਇਸ ਤਰ੍ਹਾਂ ਦੇਖ ਕੇ ਵਿਸ਼ੇਸ਼ ਕਰਕੇ ਬਹੁਤ ਹੀ ਖੁਸ਼। ਦੰਪਤ ਸੰਪਤ ਭੁਰ ਭਏ ਤੇ। ਜੋ ਦੰਪਤੀ ਭਾਵ ਜੈ ਰਾਮ ਬੇਬੇ ਨਾਨਕੀ ਇਹ ਬਹੁਤ ਹੀ ਸਾਰੇ ਪਾਸਿਓਂ ਖੁਸ਼ ਹੁੰਦੇ ਐ। ਨਾਨਕੀ ਬੈਨ ਕਹੇ ਪਤ ਸੋ। ਬੇਬੇ ਨਾਨਕੀ ਹੁਣ ਆਪਣੇ ਪਤੀ ਭਾਈਆ ਜੈ ਰਾਮ ਨੂੰ ਕਹਿੰਦੀ ਐ, ਅਬ ਭਰਾਤ ਰੱਖੈ ਧਨ ਵਿਆਹੇ ਕਹੇ ਤੇ। ਵੀ ਹੁਣ ਜਿਹੜਾ ਹੈ ਭਰਾ ਉਹ ਧਨ ਵਗੈਰਾ ਰੱਖੇ ਤਾਂ ਕਿ ਫਿਰ ਇਹਦਾ ਵਿਆਹ ਕਾਰਜ ਹੋਊਗਾ। ਟੋਰੋ ਕੋ ਘਰ ਚਾਹੇ ਰੱਖੋ ਔਰ। ਟੋਰੋ ਕੋ ਘਰ, ਹਾਂ ਚਾਹੇ ਉਹ ਘਰ ਨੂੰ ਭੇਜ ਦੇਵੇ ਧਨ ਜਾਂ ਇੱਥੇ ਰੱਖ ਲਵੇ। ਹੋਏ ਬਰੋਬਰ ਜੋ ਮਿਲੇ ਤੇ। ਉਹ ਜੋ ਵੀ ਭਾਈ ਮਿਲਦਾ ਹੈ ਬਰਾਬਰ ਇਹਨਾਂ ਨੂੰ ਆਉਂਦਾ ਹੈ। ਕਾਲੂ ਪਿਤਾ ਹਰਖੈ ਸਭ ਭਾਂਤਨ। ਤੇ ਨਾਲੇ ਪਿਤਾ ਕਾਲੂ ਜੀ ਵੀ ਸਭ ਤਰ੍ਹਾਂ ਕਰਕੇ ਖੁਸ਼ ਹੋਣਗੇ। ਹੋਏ ਸਗਾਈ ਜੋ ਇਹਾਂ ਆਏ ਤੇ। ਇੱਥੇ ਆਇਆਂ ਦੀ ਜੇ ਸਗਾਈ ਹੋ ਜੇ ਉਹ ਵੀ ਆਪਾਂ ਨੂੰ ਵੀ ਕਹਿਣਗੇ ਵੀ ਬਹੁਤ ਭਾਈ ਤੁਸੀਂ ਚੰਗੀ ਗੱਲ ਹੈ ਜੋ ਪੁੱਤਰ ਦੀ ਸਗਾਈ ਕਰਤੀ। ਇਹ ਆਪਾਂ ਨੂੰ ਵੀ ਵਡਿਆਈ ਹੋਵੇਗੀ। ਦੋਹਰਾ ਸੁਨ ਬੋਲਿਓ ਜੈ ਰਾਮ ਤਬ ਕਰਨ ਲੱਗੇ ਹੈ ਕਾਰ। ਇਹ ਸੁਣ ਕੇ ਭਾਈਆ ਜੈ ਰਾਮ ਜੀ ਕਹਿਣ ਲੱਗੇ ਵੀ ਹੁਣ ਤਾਂ ਦੇਖੋ ਕੰਮਕਾਰ ਵੀ ਮਹਾਰਾਜ ਕਰਨ ਲੱਗਿਆ। ਸੋਹਣਾ ਗਾਹਕ ਪੈਂਦਾ, ਬੜਾ ਪੈਸਾ ਵੀ ਬਣਦਾ ਹੈ। ਕੋ ਖੱਤਰੀ ਅਬ ਦੇਖ ਕੈ ਕਰੈ ਸਗਾਈ ਵਿਚਾਰ। ਕੋਈ ਖੱਤਰੀ ਵੇਖ ਕੇ ਆਪੇ ਹੀ ਦੇਖਿਓ ਤੁਸੀਂ ਵਿਚਾਰ ਕਰਕੇ ਆਪਣੀ ਲੜਕੀ ਦਾ ਰਿਸ਼ਤਾ ਕਰ ਦੇਣਗੇ, ਸਗਾਈ ਕਰ ਦੇਣਗੇ। ਕਬਿਤ ਕਹੇ ਸੰਤ ਰੇਨ ਕਥਾ ਸੁਨੋ ਹਰ ਪ੍ਰੇਮ। ਹੁਣ ਇਸ ਤਰ੍ਹਾਂ ਸੰਤ ਰੇਣ ਪ੍ਰੇਮ ਸਿੰਘ ਜੀ ਕਹਿਣ ਲੱਗੇ ਕਿ ਹੇ ਬਾਬਾ ਪ੍ਰੇਮ ਸਿੰਘ ਬੇਦੀ ਅੱਗੇ ਕਥਾ ਸੁਣੋ। ਤਬ ਬਾਲਾ ਕਹਿ ਬੈਨ ਗੁਰੂ ਬਿਦਾ ਮੋਹਿ ਦੀਜੀਏ। ਤੇ ਫਿਰ ਭਾਈ ਬਾਲਾ ਜੀ ਕਹਿਣ ਲੱਗੇ ਵੀ ਹੇ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਵਿਦਾਇਗੀ ਦਿਓ, ਮੈਂ ਵੀ ਪਿੰਡ ਜਾਣਾ ਹੈ। ਧਾਮ ਹਮ ਜਾਏ ਕੈ ਕਿਰਸਾਨੀ ਕੋ ਕਮਾਏ ਖਾਏ। ਮੈਂ ਵੀ ਘਰ ਜਾ ਕੇ ਸਤਿਗੁਰੂ ਜੀ ਕਿਰਸਾਨੀ ਦਾ ਜੋ ਕਿੱਤਾ ਹੈ ਉਹ ਮੈਂ ਕਰ ਲਵਾਂ। ਬਾਲਾ ਸੰਧੂ ਜੀ ਜੋ ਕਹਿੰਦੇ ਵੀ ਮੈਂ ਜਾ ਕੇ ਖੇਤੀਬਾੜੀ ਹੈ ਉਹ ਕਮਾ ਕੇ ਛਕਾਂ। ਕਰੈ ਕ੍ਰਿਤ ਆਪਣੀ ਕੋ ਜਾਹੀ ਤੇ ਸੁਹੀਜੀਏ। ਮੈਂ ਵੀ ਕੋਈ ਆਪਣੀ ਕਿਰਤ ਕਰਾਂ ਜੋ ਇਹੀ ਗੱਲ ਸੋਹੰਦੀ ਹੈ। ਕਰੋ ਕਾਰ ਆਪ ਕੋਈ ਮਾਨਸ ਕੋ ਰਾਖ ਪਾਸ। ਹੁਣ ਇਉਂ ਕਰੋ ਮਹਾਰਾਜ ਤੁਸੀਂ ਕੰਮ ਕਰੋ, ਕੋਈ ਬੰਦਾ ਜਿਹੜਾ ਹੈ ਉਹ ਆਪਣੇ ਕੋਲੇ ਨੌਕਰ ਰੱਖ ਲਵੋ। ਭਇਓ ਪਰਚਾਵਾ ਸ੍ਰੀ ਗੁਰੂ ਜੀ ਜਨੀਜੀਏ। ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਪਰਚਾਵਾ ਵੀ ਖੁਸ਼ ਹੋਊ ਨਾਲੇ ਤੁਹਾਡਾ ਮਨ ਲੱਗਿਆ ਰਹੇ। ਬਾਲੇ ਗੁਜਰਾਨ ਕਰ ਹਿਰਦੈ ਕਰਤਾਰ ਧਰ। ਤਾਂ ਫਿਰ ਮਹਾਰਾਜ ਕਹਿਣ ਲੱਗੇ ਵੀ ਹੇ ਭਾਈ ਬਾਲੇ ਗੁਜਰਾਨ ਕਰ ਹਿਰਦੈ ਕਰਤਾਰ ਧਰ। ਤੂੰ ਇਹੀ ਕਾਰਜ ਕਰ ਗੁਜਰਾਨ, ਹਿਰਦੇ ਵਿੱਚ ਕਰਤਾਰ ਨੂੰ ਰੱਖ। ਕੈਸੇ ਤੂੰ ਉਦਾਸ ਔਰ ਭੇਦ ਸੋ ਭਨੀਜੀਏ। ਤੂੰ ਕਿਉਂ ਉਦਾਸ ਹੋਇਆ ਮੈਂ, ਹਿਰਦੇ ਦੇ ਭੇਦ ਨੂੰ ਤੂੰ ਦੱਸ। ਸਭਈਆ ਐਸੇ ਨ ਜਾਣ ਸੋ ਜਾਣ ਹਿਰਦੇ। ਵੀ ਹੇ ਸਿਆਣੇ ਪੁਰਸ਼ ਇਸ ਤਰ੍ਹਾਂ ਨਾ ਆਪਣੇ ਹਿਰਦੇ ਵਿੱਚ ਜਾਣ। ਕ੍ਰਿਤ ਮੋਦੀ ਲਈ ਧੰਮ ਧਨ ਧਾਮ ਸੰਚਾਰੇ। ਇਹ ਜਿਹੜੀ ਮੋਦੀ ਦੀ ਕ੍ਰਿਤ ਲਈ ਹੈ ਘਰ ਦੇ ਵਿੱਚ ਧਾਮ ਸੰਚਾਰੇ ਕਹੀਏ ਇਕੱਠਾ ਹੋਇਆ ਹੈ। ਕੇਤਕ ਬਾਸਰ ਕਾਲ ਬਿਤਾਵਤ। ਇਹ ਤਾਂ ਕੁਝ ਕੁ ਸਾਲ ਸਮਾਂ ਇਸ ਤਰ੍ਹਾਂ ਬਤੀਤ ਕਰਨਾ ਹੈ ਕਿ ਇਹ ਕਾਮ ਜੋ ਕਾਰ ਹਮਾਰੇ।
ਇਹ ਕੋਈ ਜਿਹੜਾ ਕੰਮ ਹੈ ਇਹ ਆਪਣੇ ਕੋਈ ਕੰਮ ਨਹੀਂ ਹੈ। ਆਪਾਂ ਤਾਂ ਭਾਈ ਬਾਲਿਆ ਹੋਰ ਡਿਊਟੀਆਂ ਨਿਭਾਉਣੀਆਂ ਹਨ। ਜੋ ਕਰਨੀ ਕ੍ਰਿਤ ਸੋ ਕਰ ਹੈ। ਜੋ ਕਰਨੀ ਹੈ ਠੀਕ ਹੈ ਕਿਰਤ ਕਰ ਲੈ। ਜਬ ਆਨ ਚੱਲੇ ਤੋ ਜਲੇ ਸੰਗਾਰੇ। ਮਰਜੀ ਹੈ ਤੇਰੀ ਜਾਇਆ ਵੀ ਜਦੋਂ ਕਿਤੇ ਹੋਰ ਚੱਲਾਂਗੇ ਨਾ ਤੈਨੂੰ ਨਾਲ ਲੈ ਕੇ ਜਾਵਾਂਗੇ। ਹੈ ਗੁਜਰਾਨ ਹਮਾਰ ਤੁਮਾਰ। ਬਾਕੀ ਇੱਥੇ ਕੰਮ ਕਰ, ਕੁਝ ਸਮਾਂ ਆਪਾਂ ਕਰਨਾ ਫਿਰ ਚੱਲਾਂਗੇ। ਜੇ ਖਾ ਕਿਰਤ ਕਰਦੇ ਆ ਮੇਰੀ ਤੇ ਤੁਹਾਡੀ ਗੁਜਰਾਨ ਭਾਈ ਬਾਲਿਆ ਹੋ ਰਹੀ ਹੈ। ਮਿਲੇ ਕਰੀਏ ਇਹੋ ਕਾਰ ਪਿਆਰੇ। ਇਸ ਕਰਕੇ ਭਾਈ ਬਾਲਿਆ ਇਹ ਵੀ ਤੇ ਕਾਰਜ ਹੀ ਹੈ ਨਾ। ਘਰ ਦਾ ਕੰਮ ਚਲਾਉਣ ਧਨ ਚਾਹੀਦਾ, ਉਹ ਵੀ ਇੱਥੋਂ ਸਭ ਕੁਝ ਮਿਲ ਜਾਣਾ। ਇਸ ਕਰਕੇ ਇਹ ਪਿਆਰੇ ਭਾਈ ਬਾਲਾ ਇਹੀ ਕੰਮ ਆਪਾਂ ਮਿਲ ਕੇ ਕਰੀਏ। ਦੋਹਰਾ ਅਸ ਕਹਿ ਤਬ ਕਰਖ ਲੀਏ ਨਿਕਟ ਰੱਖਣ ਕੇ ਹੇਤ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਨਾ ਭਾਈ ਬਾਲੇ ਨੂੰ ਕਰਖ ਨਾਮ ਹੈ ਖਿੱਚਣ ਦਾ, ਖਿੱਚ ਲਿਆ ਆਪਣੇ ਕੋਲ ਰੱਖਣ ਦੇ ਵਾਸਤੇ। ਤਾਜ ਨਾ ਸਕਿਓ ਦਰਸ਼ਨ ਸਫਲ ਸ੍ਰੀ ਬੇਦੀ ਕੁਲ ਕੇਤ। ਮਹਾਰਾਜ ਨੇ ਐਸਾ ਉਹਦੇ ਤੇ ਪ੍ਰਭਾਵ ਪਾਇਆ, ਦ੍ਰਿਸ਼ਟੀ ਹੋਈ ਕਰਨੀ ਹੈ ਗੁਰੂ ਸਾਹਿਬ ਨੇ, ਤੇ ਉਹ ਭਾਈ ਐਸੇ ਸਫਲ ਦਰਸ਼ਨ ਸ੍ਰੀ ਬੇਦੀ ਕੁਲ ਕੇਤ, ਬੇਦੀ ਕੁਲ ਦੇ ਨਿਸ਼ਾਨ ਧੁਜਾ ਸਤਿਗੁਰੂ ਦੇ ਦਰਸ਼ਨ ਕਰਕੇ ਹੁਣ ਮਹਾਰਾਜ ਨੂੰ ਛੱਡ ਨਹੀਂ ਸਕਿਆ ਹੈ ਭਾਈ ਬਾਲਾ। ਸੋਰਠਾ ਬੋਲਿਓ ਤਬ ਕਰ ਬੰਦ ਤੁਮਰ ਜਾਏ ਮਾਨੋ ਸਦਾ। ਫਿਰ ਭਾਈ ਬਾਲਾ ਜੀ ਹੱਥ ਬੰਨ ਕੇ ਕਹਿਣ ਲੱਗੇ ਵੀ ਹੇ ਗੁਰੂ ਨਾਨਕ ਦੇਵ ਮਹਾਰਾਜ, ਮੈਂ ਤੇ ਹੁਣ ਸਦਾ ਹਮੇਸ਼ਾ ਤੁਹਾਡੇ ਹੁਕਮ ਵਿੱਚ ਹਾਂ। ਇਹੋ ਬਾਰ ਦੇਹੋ ਮੁਕੰਦ ਭੂਲ ਨ ਪ੍ਰਤਕੂਲੋਂ ਕਦਾ। ਫਿਰ ਹੁਣ ਮੈਨੂੰ ਫਿਰ ਕਿਰਪਾ ਕਰੋ ਵੀ ਹੇ ਮੁਕਤੀ ਦਾਤੇ, ਮੁਕੰਦ ਮੁਕਤੀ ਦਾਤਾ ਗੁਰੂ ਪਾਤਸ਼ਾਹ ਮੈਨੂੰ ਵਰ ਦਿਓ। ਭੂਲ ਨ ਪ੍ਰਤਕੂਲੋਂ ਕਦਾ, ਵੀ ਕਦੇ ਵੀ ਮੈਂ ਭੁੱਲ ਕੇ ਵੀ ਤੁਹਾਡੇ ਉਲਟ ਨਾ ਜਾਵਾਂ। ਇਹ ਮੇਰੇ ਤੇ ਕਿਰਪਾ ਕਰ ਦਿਓ। ਬਾਲੇ ਤੂੰ ਮਮ ਮਿੱਤ ਸਤ ਬਿਖੈ ਨਿਤ ਮਤ ਦ੍ਰਿੜੈ। ਮਹਾਰਾਜ ਕਹਿੰਦੇ ਹੇ ਭਾਈ ਬਾਲਿਆ, ਤੂੰ ਮੇਰਾ ਮਿੱਤਰ ਹੈ। ਤੇਰੀ ਮਤ ਸਤ ਬ੍ਰਹਮ ਸੱਚੇ ਪਰਮੇਸ਼ਰ ਵਿੱਚ ਦ੍ਰਿੜ ਪਰਪੱਕ ਹੋਵੇ ਹਮੇਸ਼ਾ। ਇਹ ਬਾਚ ਰੱਖੋ ਚਿੱਤ ਜਨਮ ਮਰਨ ਤੇ ਮੁਕਤ ਹੈ। ਇਹ ਬਚਨ ਸਾਡਾ ਮਨ ਵਿੱਚ ਪਰਪੱਕ ਕਰਕੇ ਚਿੱਤ ਵਿੱਚ ਰੱਖ। ਜਨਮ ਮਰਨ ਤੋਂ ਇਉਂ ਮੁਕਤੀ ਦੀ ਪ੍ਰਾਪਤੀ ਹੋਵੇਗੀ। ਅਸ ਸੁਨ ਪਦ ਅਰਬਿੰਦ ਤਬ ਬੰਦੇ ਕਰ ਬੰਦ ਦੋ। ਇਸ ਤਰ੍ਹਾਂ ਦੇ ਭਾਈ ਬਚਨ ਸੁਣ ਕੇ ਫਿਰ ਭਾਈ ਬਾਲਾ ਜੀ ਨੇ ਸਤਿਗੁਰੂ ਦੇ ਚਰਨਾਂ ਤੇ ਦੋਵੇਂ ਹੱਥ ਜੋੜ ਕਰਕੇ ਬੰਦਨਾ ਕੀਤੀ। ਕਹੈ ਜੋ ਕ੍ਰਿਤ ਬਖਸ਼ਿੰਦ ਕਰਨ ਲੱਗਿਓ ਪੁਨ ਕਾਰ ਸੋ। ਫਿਰ ਭਾਈ ਜਿਹੜਾ ਬਖਸ਼ਿੰਦ ਸਤਿਗੁਰੂ ਜੀ ਕੋਈ ਕਾਰਜ ਕਹਿੰਦੇ ਹਨ, ਭਾਈ ਬਾਲਾ ਉਹ ਕਾਰਜ ਹੁਣ ਕਰਨ ਲੱਗਿਆ ਹੈ। ਅਪਰ ਥਾਨ ਤੇ ਆਨ ਸੌਦਾ ਲਿਆ ਬਾਲਾ ਧਰੇ। ਹੁਣ ਬਾਹਰੋਂ ਸੌਦਾ ਲਿਆਉਣਾ, ਹੋਰਾਂ ਜਗ੍ਹਾ ਤੋਂ ਲਿਆ ਕੇ ਉਹ ਭਾਈ ਬਾਲਾ ਲਿਆ ਕੇ ਰੱਖਦਾ ਹੈ। ਆਪਨ ਕਿਧੋਂ ਨਿਧਾਨ ਹੋਤ ਅਟੁੱਟੈ ਵਸਤ ਸਭ। ਆਪਨ ਕਿਧੋਂ ਨਿਧਾਨ ਇਉਂ ਭਾਈ ਜਿਹੜੇ ਖਜ਼ਾਨੇ ਭਰੇ ਹੋਏ ਨੇ ਤੇ ਨਾ ਮੁੱਕਣ ਵਾਲੀ ਜਿਹੜੀ ਵਸਤੂ ਹੈ ਟੁੱਟ ਹੈ। ਸਾਰੀਆਂ ਵਸਤੂਆਂ ਐਸੀਆਂ ਕਿ ਮੁੱਕਦੀਆਂ ਹੀ ਨਹੀਂ ਹਨ, ਕਿਤੋਂ ਖਜ਼ਾਨੇ ਆਈ ਜਾਂਦੇ ਨੇ। ਦੋਹਰਾ ਜਾਚਕ ਕਰਹਿ ਸੋ ਜੋ ਜਾਚ ਨਾ ਪਾਵੇ ਪਰਮ ਪ੍ਰਸਾਦ। ਜਿਹੜਾ ਵੀ ਕੋਈ ਮੰਗਣ ਵਾਲਾ ਆ ਕੇ ਕਿਸੇ ਵਸਤੂ ਦੀ ਜਾਚਨਾ ਕਰਦਾ ਹੈ, ਪਰਮ ਪ੍ਰਸਾਦ ਉਹ ਵੱਡੀ ਕਿਰਪਾ ਜਿਹੜੀ ਹੈ ਪਾ ਲੈਂਦਾ ਹੈ। ਸੁਨ ਸੋਨੇ ਆਵੇ ਅਨਕ ਪੁਨ ਦੇਵੈ ਸਭਨ ਅਨਾਦ।
ਇਉਂ ਸਾਰਿਆਂ ਨੂੰ ਅਨਾਦਿ ਸਰੂਪ ਸਤਿਗੁਰੂ ਜੀ ਜੋ ਵੀ ਅੱਗੇ ਸੁਣ ਸੁਣ ਕੇ ਇੱਥੋਂ ਤੱਕ ਕਿ ਰਾਏ ਭੋਏ ਦੀ ਤਲਵੰਡੀ ਤੱਕ ਗੱਲਾਂ ਪਹੁੰਚ ਗਈਆਂ। ਇੱਥੋਂ ਵੀ ਜਿਹੜੇ ਮੰਗਣ ਵਾਲੇ ਜਾਣ ਲੱਗ ਗਏ, ਚਲੋ ਐਵੇਂ ਥਾਂ ਥਾਂ ਕਿਉਂ ਮੰਗਣਾ, ਸੁਲਤਾਨਪੁਰ ਲੋਧੀ ਚੱਲੋ, ਜੋ ਚੀਜ਼ ਹੈ ਜਿੰਨੀ ਮਰਜ਼ੀ ਗੁਰੂ ਮਹਾਰਾਜ ਤੋਂ ਮੰਗ ਲਿਆਓ। ਤੇ ਦੂਰੋਂ ਦੂਰੋਂ ਭਾਈ ਬਹੁਤ ਸੁਣ ਸੁਣ ਕੇ ਆਉਣ ਲੱਗੇ ਹਨ। ਅਸਨਹੀਨ ਬਸਨੰ ਨਗਨ ਕਰਤ ਅਰਥ ਨਾ ਜਾਣ। ਜਿਨ੍ਹਾਂ ਦੇ ਕੋਲੇ ਕੋਈ ਭਾਈ ਜਿਹੜੇ ਅਸਨਹੀਨ, ਕੋਈ ਭਾਈ ਅੰਨ ਪਾਣੀ ਤੋਂ ਹੀਣੇ, ਬਸਨੰ ਨਗਨ ਤੇ ਬਸਤਰਾਂ ਤੋਂ ਵੀ ਨਗਨ ਸਨ, ਭਾਵ ਬਸਤਰ ਵੀ ਨਹੀਂ, ਕਰਤ ਅਰਥ ਨਾ ਜਾਣ। ਜਿਨ੍ਹਾਂ ਕੋਲੇ ਕੋਈ ਅਰਥ ਕੋਈ ਕੰਮਕਾਰ ਨਹੀਂ ਸੀ, ਛੂਛਾ ਬਹੁਰ ਨ ਜਾਵਈ ਕਰਨਾ ਕਰਨਾ ਭੌਨ। ਕੋਈ ਵੀ ਮਹਾਰਾਜ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਹੈ, ਕਰਨਾ ਕਰਨਾ ਭੌਨ। ਇਉਂ ਸਤਿਗੁਰੂ ਜੀ ਕਿਰਪਾ ਦੇ ਘਰ ਕਿਰਪਾ ਕਰਦੇ ਹਨ। ਕਰਨਾ ਭੌਨ, ਕਰਨਾ ਕਰਨ ਕਹਿੰਦੇ ਕਿਰਪਾ ਨੂੰ, ਕਰਨਾ ਕਹਿੰਦੇ ਕਰਨਾ। ਕਿਰਪਾ ਦੇ ਘਰ ਕਿਰਪਾ ਕਰ ਰਹੇ ਹਨ। ਦੋਹਰਾ ਕੀਰਤ ਪਸਰੀ ਪੁਰ ਸਰਬ ਘਰ ਘਰ ਕੀ ਭਰਪੂਰ। ਸਾਰੇ ਨਗਰ ਵਿੱਚ ਘਰ ਘਰ ਦੇ ਵਿੱਚ ਮਹਾਰਾਜ ਦੀ ਬਹੁਤ ਕੀਰਤੀ ਹੋ ਗਈ। ਕਿਦੋਂ ਚੰਦ ਕੀ ਚਾਂਦਨੀ ਜਨ ਚਕੋਰ ਪ੍ਰੀਏ ਰੂਰ। ਜਿਵੇਂ ਚੰਦ ਦੀ ਚਾਨਣੀ ਦੂਰ ਤੱਕ ਫੈਲਦੀ ਹੈ ਤੇ ਜਿਹੜੇ ਪਿਆਰਾ ਚਕੋਰ ਹੈ ਉਹ ਪ੍ਰੇਮ ਨਾਲ ਚੰਦ ਚਾਨਣੀ ਵਿੱਚ ਚੰਦ ਵੱਲ ਮਾਰਦਾ ਨਿਗਾਹ, ਇਸ ਤਰ੍ਹਾਂ ਭਾਈ ਚਕੋਰ ਜਿਹੜੇ ਨੇ ਸੰਸਾਰ ਦੇ ਲੋਕ ਪ੍ਰੇਮ ਵਾਲੇ, ਉਹ ਮਹਾਰਾਜ ਦੇ ਮਹਿਮਾ ਰੂਪੀ ਚਾਂਦਨੀ ਨਾਲ ਪ੍ਰੇਮ ਕਰਦੇ ਹਨ। ਮਾਸ ਮਾਸ ਲੇਖਾ ਹੋਵੇ ਜਾਏ ਵਹੀ ਲੈ ਹਾਥ। ਮਹੀਨੇ ਮਹੀਨੇ ਦਾ ਵੱਖਰਾ ਵੱਖਰਾ ਲੇਖਾ ਹੁੰਦਾ ਹੈ ਤੇ ਮਹਾਰਾਜ ਵਹੀ ਖਾਤਾ ਹੱਥ ਵਿੱਚ ਲੈ ਕੇ ਜਾਂਦੇ। ਸੰਖਿਆ ਕਰ ਸਭ ਦਿਵਸ ਕੀ ਬੈਸਹਿ ਲੇਖਕ ਸਾਥ। ਜਿਹੜਾ ਅੱਗੇ ਲੇਖਾ ਕਰਨ ਵਾਲਾ ਮੂਹਰੇ ਹੋਰ ਕਰਮਚਾਰੀ ਹੁੰਦਾ, ਸਾਰੀ ਗਿਣਤੀ ਵਗੈਰਾ ਸਭ ਦਿਨਾਂ ਦੀ ਕਰਕੇ ਉਸਦੇ ਕੋਲ ਬੈਠਦੇ ਹਨ। ਸੋਰਠਾ ਜਬ ਜਬ ਲੇਖਾ ਹੋਏ ਤਬ ਤਬ ਵਾਧਾ ਨਿਕਸਈ। ਜਦੋਂ ਜਦੋਂ ਵੀ ਲੇਖਾ ਹੁੰਦਾ ਹੈ ਨਾ, ਮਹਾਰਾਜ ਦਾ ਗੁਰਮੁਖੋਂ ਵਾਧਾ ਹੀ ਨਿਕਲਦਾ ਹੈ। ਵਿਸਮੈ ਮਨ ਸੁਨ ਲੋਏ ਕੋ ਕੋ ਕਰਈ ਈਰਖਾ। ਤੇ ਉਹ ਜਿਹੜੇ ਲੋਏ ਕਹੀਏ ਲੁਕਾਈ, ਦੁਨੀਆ ਖੁਸ਼ ਹੁੰਦੀ ਹੈ ਸੁਣ ਕੇ, ਤੇ ਪਰ ਕੋਈ ਕੋਈ ਐਸੇ ਵੀ ਹੈ ਜਿਹੜੇ ਈਰਖਾ ਕਰਦੇ, ਜਿਹਨਾਂ ਦਾ ਕੰਮ ਹੀ ਹੁੰਦਾ ਉਹੀ ਸੜੀ ਜਾਣਾ। ਹਾਂ ਫਲਾਨਾ ਲੀੜੇ ਕਿੰਨੇ ਵਧੀਆ ਪਾਈ ਫਿਰਦਾ ਹੈ, ਉਹੀ ਦੂਰੋਂ ਹੀ ਦੁਖੀ ਹੋਈ ਜਾਣਾ ਤੇ ਆਪ ਕੁਛ ਕਰਨਾ ਨਹੀਂ ਹੁੰਦਾ। ਤੇ ਉਹ ਭਾਈ ਫਿਰ ਈਰਖਾ ਵੀ ਕਰਦੇ ਆ। ਕਈ ਇਸ ਤਰ੍ਹਾਂ ਦੇ ਵੀ ਹੋਏ। ਆਪਾਂ ਇਤਿਹਾਸ ਭਾਈ ਸੰਤੋਖ ਸਿੰਘ ਜੀ ਦੀ ਲਿਖਤ ਸੁਣਦੇ ਆ, ਜਦੋਂ ਸ਼ਿਕਾਇਤਾਂ ਵੀ ਕਰਦੇ, ਦੌਲਤ ਖਾਂ ਤੇਰਾ ਉਹ ਸਾਰਾ ਕੁਝ ਲੁਟਾ ਦੇਣਾ ਉਹਨੇ ਭੱਜ ਜਾਣਾ, ਫਿਰ ਖਾਲੀ ਹੋ ਜੂ ਸਾਰਾ ਕੁਝ, ਤੂੰ ਹਿਸਾਬ ਕਿਤਾਬ ਕਰਨਾ, ਫਿਰ ਮਹਾਰਾਜ ਦੇ ਵੱਧ ਜਾਣੇ। ਇਉਂ ਭਾਈ ਕੋਈ ਕੋਈ ਈਰਖਾ ਵੀ ਕਰਦੇ ਹਨ। ਨਹ ਜਾਣੈ ਮਤ ਮੰਦ ਇਹੋ ਕਰਤਾਰ ਸਰੂਪ ਹੈ। ਉਹ ਮਾੜੀ ਮੱਤ ਵਾਲੇ ਜਾਣਦੇ ਨਹੀਂ ਨਾ, ਉਹਨਾਂ ਨੂੰ ਸੋਝੀ ਨਹੀਂ ਹੈ ਕਿ ਇਹ ਕੋਈ ਆਮ ਬੰਦਾ ਥੋੜ੍ਹਾ ਹੈ, ਇਹ ਤਾਂ ਕਰਤਾਰ ਦਾ ਹੀ ਸਰੂਪ ਹੈ। ਆਨੰਦ ਕੰਦ ਮੁਕੰਦ ਜਾਂ ਕੇ ਕਛ ਅਚਰਜ ਨਹੀਂ। ਇਹ ਤਾਂ ਆਨੰਦ ਦੇ ਜਿਹੜੇ ਹੈ ਮੂਲ ਹੈ, ਮੁਕੰਦ ਮੁਕਤੀ ਦਾਤਾ ਹੈ। ਉਹਨੇ ਉਸ ਲਈ ਤਾਂ ਕੋਈ ਇਹ ਵੱਡੀ ਅਚਰਜਤਾ ਵਾਲੀ ਗੱਲ ਨਹੀਂ ਨਾ, ਵਾਧਾ ਨਿਕਲਣਾ। ਉਹ ਤੇ ਆਪ ਪਰਮੇਸ਼ਰ ਦਾ ਭੰਡਾਰਾ, ਉਹਨੂੰ ਕਿਤੇ ਖਾਲੀ ਤੇ ਹੋਣਾ ਨਹੀਂ। ਸਵਈਆ ਕੇਤਕ ਕਾਲ ਬਤੀਤ ਭਇਓ। ਇਉਂ ਕੁਝ ਸਮਾਂ ਬਤੀਤ ਹੋਇਆ, ਭਲੀ ਰੀਤ ਸੋ ਮੋਦੀ ਕੀ ਕਾਰ ਚਲਾਈ। ਭਲੀ ਪ੍ਰਕਾਰ ਸਤਿਗੁਰਾਂ ਨੇ ਮੋਦੀ ਦੀ ਇਹ ਭਾਈ ਭੰਡਾਰਾ ਵਰਤਾਉਣ ਦੀ ਜਿਹੜੇ ਕੰਮ ਰੀਤੀ ਮਰਜ਼ਾਦਾ ਨਾਲ ਚਲਾਇਆ ਹੈ। ਤੋਲ ਤੁਲਾਵਤ ਹੈ ਨਿਜ ਸਾਮੂ ਹੈ। ਇਉਂ ਭਾਈ ਆਪਣੇ ਸਾਹਮਣੇ ਸਾਰਾ ਕੁਝ ਮਹਾਰਾਜ ਤੋਲਦੇ ਤਲਾਉਂਦੇ ਹਨ। ਲੇਤ ਹੈ ਪੂਰੋ ਉਦੇਤ ਸਵਾਈ।
ਜਦੋਂ ਕਿਸੇ ਤੋਂ ਲੈਣਾ ਹੁੰਦਾ ਹੈ ਕੁਝ ਉਦੋਂ ਤਾਂ ਮਹਾਰਾਜ ਪੂਰਾ ਲੈਂਦੇ ਆ, ਪਰ ਜਦੋਂ ਕਿਸੇ ਨੂੰ ਵਰਤਾਉਣਾ ਉਦੋਂ ਉੱਪਰ ਦੇ ਦਿੰਦੇ ਆ। ਸਵਾਇਆ ਮਹਾਰਾਜ ਵਰਤਾ ਰਹੇ ਹਨ। ਜਾਚਕ ਆਵਤ ਕੀਰਤ ਕੋ ਸੁਨ, ਮੰਗਣ ਵਾਲੇ ਵੀ ਮਹਾਰਾਜ ਦੀ ਮਹਿਮਾ ਸੁਣ ਕੇ ਆਉਂਦੇ ਹਨ। ਜੋ ਮਨ ਭਾਵਤ ਪਾਵਤ ਸਾਈ, ਜੋ ਉਹਨਾਂ ਦੇ ਮਨ ਭਾਉਂਦਾ ਹੈ ਉਹ ਵਸਤੂ ਇਥੋਂ ਭਾਈ ਪਾਉਂਦੇ ਹਨ। ਹੋਏ ਰਹੇ ਬਿਸਮਾਦ ਸਭੈ ਨਰ, ਸਭ ਲੋਕੀ ਹੈਰਾਨ ਹੋ ਜਾਂਦੇ ਹਨ। ਕੀਨ ਰਸਾਇਣ ਕੇ ਧਨ ਪਾਈ, ਤੇ ਇਉਂ ਵੀ ਕਹਿੰਦੇ ਵੀ ਲੱਗਦਾ ਹੈ ਇਹਨੇ ਤਾਂ ਰਸਾਇਣ, ਕੋਈ ਲੱਗਦਾ ਰਸਾਇਣ ਵਿਧੀ ਜਾਣ ਲਈ ਹੈ। ਤੇ ਉਹਦੇ ਨਾਲ ਸੋਨਾ ਬਣਾਉਣ ਵਾਲੀ ਇੱਕ ਵਿਧੀ ਸੀ ਪੁਰਾਣੇ ਸਮਿਆਂ ਵਿੱਚ, ਰਸਾਇਣਾਂ ਪਾ ਪਾ ਕੇ ਸੋਨਾ ਬਣਾਇਆ ਜਾਂਦਾ ਸੀ। ਕਹਿੰਦੇ ਇਹਨੂੰ ਤਾਂ ਰਸਾਇਣ ਵਿਧੀ ਪਤਾ ਹੈ, ਇਸ ਕਰਕੇ ਧਨ ਬਣਾਈ ਜਾਂਦਾ, ਉਹ ਸੋਨਾ ਬਣਾਈ ਜਾਂਦਾ, ਧਨ ਮਿਲੀ ਜਾਂਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਜਾਣੇ ਨਾ ਭੇਦ ਅਛੇਦ ਇਹੀ, ਉਹ ਭੇਦ ਨਹੀਂ ਜਾਣਦੇ ਕਿ ਤੇ ਉਹੀ ਹੈ ਜਿਹੜਾ ਛੇਦਿਆ ਨਹੀਂ ਜਾ ਸਕਦਾ। ਕਰਤਾਰ ਸਰੂਪ ਧਰਾ ਅਵਤਾਰਾ, ਜੋ ਕਰਤਾਰ ਨੇ ਹੀ ਆਪਣਾ ਅਵਤਾਰ ਸਰੂਪ ਧਾਰਿਆ ਹੈ। ਦੰਭ ਨਿਕੰਦਨ ਆਨੰਦ ਕੰਦ ਸੋ, ਇਹ ਤਾਂ ਪਖੰਡਾਂ ਨੂੰ ਕੱਟਣ ਵਾਲਾ ਆਨੰਦ ਦਾ ਮੂਲ ਹੈ। ਨਾਮ ਜਪਾਵਨ ਕੋ ਤਨ ਧਾਰਾ, ਜੋ ਪਰਮੇਸ਼ਰ ਨੇ ਆਪਣਾ ਨਾਮ ਜਪਾਉਣ ਲਈ ਹੋਈ ਇਹ ਤਨ ਧਾਰਿਆ ਹੈ। ਨਵ ਨਿਧ ਸਿੱਧ 18 ਜੇ ਕਰ, ਇਹ ਤਾਂ ਜਿਹੜੀਆਂ 9 ਨਿਧੀਆਂ 18 ਸਿੱਧੀਆਂ ਨੂੰ ਹੱਥ ਬੰਦ ਕਠਾੜੀ ਰਹੇ ਦਰਬਾਰਾ, ਉਹ ਇਹਦੇ ਅੱਗੇ ਹੱਥ ਜੋੜ ਕੇ ਦਰਬਾਰ ਸਾਹਮਣੇ ਖੜੀਆਂ ਰਹਿੰਦੀਆਂ ਹਨ। ਕੌਣ ਕਮੀ ਹੋਏ ਤਾਂ ਇਸ ਥਾਨ, ਇਸ ਕਰਕੇ ਇਸ ਜਗ੍ਹਾ ਫਿਰ ਕੀ ਕਿਸੇ ਗੱਲ ਦੀ ਕਮੀ ਹੋ ਸਕਦੀ ਹੈ। ਨਿਰੰਜਨ ਅੰਜਨ ਮੈਂ ਵਰਤਾਰਾ, ਜੋ ਮਲ ਮਾਇਆ ਤੋਂ ਰਹਿਤ ਪਾਤਸ਼ਾਹ ਗੁਰੂ ਨਾਨਕ ਸਰੂਪ ਹੈ, ਉਹਨਾਂ ਦਾ ਅੰਜਨ ਕਈ ਮਾਇਆ, ਉਹਨਾਂ ਦਾ ਹੀ ਅੰਜਨ ਸੁਰਮੇ ਨੂੰ ਕਹਿੰਦੇ ਮਾਇਆ ਰੂਪ ਕਾਲਖ ਦਾ ਹੀ, ਉਹਨਾਂ ਦਾ ਹੀ ਇਹ ਮਾਇਆ ਦਾ ਵਰਤਾਇਆ ਹੋਇਆ ਹੈ। ਇਉਂ ਸਤਿਗੁਰੂ ਦੀ ਮਹਿਮਾ ਕਰਦੇ ਹਨ। ਆਓ ਬਾਕੀ ਅੱਗੇ ਇਤਿਹਾਸ ਆਪਾਂ ਕਿ ਕਿਵੇਂ ਫਿਰ ਉਹ ਜਿਹੜਾ ਜੇ ਮਹਾਰਾਜ ਦੀ ਸਗਾਈ ਵਿਵਾਹ ਕਾਰਜ ਦਾ ਉਹ ਪ੍ਰਸੰਗ ਆਵੇਗਾ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।